हाँ जी, नैक्सट जो अपने कोले है वो है अपने कोले हाइपर कंजुगेशन या फिर नो बॉन्ड रेजोनेंस इफेक्ट। थर्ड इफेक्ट है जोड़ा, पहला से इंडक्टिव, दूसरा रेजोनेंस, तीसरा है हाइपर कंजुगेशन और नो बॉन्ड रेजोनेंस इफेक्ट। ये ਜਿਹੜੇ ਇਫੈਕਟ ਦੇ ਵਿੱਚ ਹੈ ਕੀ ਹੈ, ਇਹ ਨਾ ਅਸਲ 'ਚ ਆਪਾਂ ਪੜ੍ਹਿਆ ਸੀ ਇੰਡਕਟਿਵ ਇਫੈਕਟ ਹੈ ਜਿਹੜਾ ਉਹ ਸਿਗਮਾ ਆਰਬਿਟਲਸ ਜਾਂ ਸਿਗਮਾ ਇਲੈਕਟ੍ਰੋਨਸ ਦੇ ਉੱਪਰ ਓਪਰੇਟ ਕਰਦਾ। ਰੈਜ਼ੋਨੈਂਸ ਇਫੈਕਟ ਹੈ ਜਿਹੜਾ ਉਹ ਐਨ ਇਲੈਕਟ੍ਰੋਨਸ ਜਾਂ ਫਿਰ ਕਹਿ ਲਓ ਲੋਨ ਪੇਅਰ ਇਲੈਕਟ੍ਰੋਨਸ ਅਤੇ ਪਾਈ ਇਲੈਕਟ੍ਰੋਨਸ ਡਬਲ ਬੌਂਡ ਟ੍ਰਿਪਲ ਬੌਂਡ ਵਾਲੇ ਇਲੈਕਟ੍ਰੋਨਸ ਜਿਹੜੇ ਹੁੰਦੇ ਆ ਉੱਥੇ ਲੱਗਦਾ ਰੈਜ਼ੋਨੈਂਸ। ਹੁਣ ਇਹੋ ਜਿਹਾ ਕੇਸ ਜਿੱਥੇ ਪਾਈ ਇਲੈਕਟ੍ਰੋਨਸ ਵੀ ਆ ਜਾਣ, ਠੀਕ ਹੈ, ਅਤੇ ਸਿੰਗਲ ਬੌਂਡ ਵੀ ਪਿਆ ਹੋਵੇ, ਉੱਥੇ ਸਿਗਮਾ ਬੌਂਡ ਵੀ ਪਿਆ ਹੋਵੇ, ਠੀਕ ਹੈ, ਅਤੇ ਪਾਈ ਇਲੈਕਟ੍ਰੋਨਸ ਵੀ ਆ ਜਾਣ, ਉੱਥੇ ਕਿਹੜਾ ਹੈ, ਉੱਥੇ ਹਾਈਪਰ ਕੰਜੂਗੇਸ਼ਨ ਜਾਂ ਫਿਰ ਨੋ ਬੌਂਡ ਰੈਜ਼ੋਨੈਂਸ ਇਫੈਕਟ ਹੈ ਜਿਹੜਾ ਉਹ ਅਪਲਾਈ ਹੋਊਗਾ, ਜਿੱਥੇ ਦੋਨੇ ਚੀਜ਼ਾਂ ਹੋਣ, ਡਬਲ ਬੌਂਡ ਵੀ ਹੋਵੇ ਅਤੇ ਸਿੰਗਲ ਬੌਂਡ ਵੀ ਹੋਵੇ, ਠੀਕ ਹੈ। ਅਤੇ ਇੱਕ ਗੱਲ ਹੋਰ, ਜਿੱਥੇ ਕੰਜੂਗੇਸ਼ਨ ਹੋਊਗੀ ਡਬਲ ਸਿੰਗਲ ਉੱਥੇ ਹਮੇਸ਼ਾ ਰੈਜ਼ੋਨੈਂਸ ਲੱਗੂਗਾ, ਠੀਕ ਹੈ। ਜਿੱਥੇ ਡਬਲ ਸਿੰਗਲ ਇੱਦਾਂ ਹੋਣਗੇ ਜਾਂ ਫਿਰ ਡਬਲ ਬੌਂਡ ਨੇ ਜਿਹੜੇ ਦੋ ਤੋਂ ਵੱਧ ਸਿੰਗਲ ਬੌਂਡਸ ਨਾਲ ਸੈਪਰੇਟਡ ਹੋਣਗੇ, ਉੱਥੇ ਹਾਈਪਰ ਕੰਜੂਗੇਸ਼ਨ ਲੱਗੂਗਾ। ਮਤਲਬ ਕੰਜੂਗੇਸ਼ਨ ਨਾ ਹੋਵੇ ਉੱਥੇ ਹਾਈਪਰ ਕੰਜੂਗੇਸ਼ਨ ਹੋਊਗਾ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਕੀ ਹੈ ਹੁਣ, ਐਲਕਾਈਲ ਗਰੁੱਪਸ ਨੇ ਜਿਹੜੇ, ਉਹਨਾਂ ਦਾ ਆਪਾਂ ਨੂੰ ਪਤਾ ਇੰਡਕਟਿਵ ਇਫੈਕਟ ਦੇ ਵਿੱਚ ਟਰਸ਼ਰੀ ਐਲਕਾਈਲ ਗਰੁੱਪਸ ਸਭ ਤੋਂ ਵੱਧ ਪਲੱਸ ਆਈ ਇਫੈਕਟ ਸ਼ੋ ਕਰਦੇ ਨੇ, ਉਸ ਤੋਂ ਬਾਅਦ ਸੈਕੰਡਰੀ, ਉਸ ਤੋਂ ਬਾਅਦ ਪ੍ਰਾਇਮਰੀ, ਉਸ ਤੋਂ ਬਾਅਦ ਮਿਥਾਈਲ। ਇਹ ਕਿਉਂ ਕਰੈਕਟਰ ਹੁੰਦਾ, ਕਿਉਂਕਿ ਟਰਸ਼ਰੀ ਦੇ ਵਿੱਚ 3 ਮਿਥਾਈਲ ਗਰੁੱਪਸ ਲੱਗੇ ਹੁੰਦੇ ਆ ਜਾਂ ਐਲਕਾਈਲ ਗਰੁੱਪਸ ਲੱਗੇ ਹੁੰਦੇ ਆ, ਠੀਕ ਹੈ। ਉਹ 3 ਗੁਣਾ ਡੋਨੇਟ ਕਰਦੇ ਆ, ਇਹਦੇ ਵਿੱਚ 2 ਹੁੰਦੇ ਆ, 2 ਗੁਣਾ ਡੋਨੇਟ ਕਰਦੇ ਆ, ਇਹਦੇ ਵਿੱਚ ਇੱਕੋ ਹੀ ਹੁੰਦਾ, 1 ਗੁਣਾ ਡੋਨੇਟ ਕਰਦਾ, ਇਹਦੇ ਵਿੱਚ ਕੋਈ ਵੀ ਨਹੀਂ ਹੁੰਦਾ। ਇਹ ਬਹੁਤ ਘੱਟ ਡੋਨੇਸ਼ਨ ਕਰਦਾ, ਠੀਕ ਹੈ। ਇਹਦੇ ਵਿੱਚ 1 ਕਾਰਬਨਾਂ ਨੇ, ਇਹਦੇ ਵਿੱਚ 2 ਨੇ, ਇਹਦੇ ਵਿੱਚ 4 ਹੋ ਗਈਆਂ, ਇਹਦੇ ਵਿੱਚ 3 ਹੋ ਗਈਆਂ ਅਤੇ ਇਹਦੇ ਵਿੱਚ 4 ਹੋ ਗਈਆਂ। ਅਤੇ ਜਿਵੇਂ ਜਿਵੇਂ ਨੰਬਰ ਆਫ ਕਾਰਬਨਸ ਵੱਧਦੀਆਂ ਨੇ ਉਵੇਂ ਉਵੇਂ ਜਿਹੜਾ ਇੰਡਕਟਿਵ ਇਫੈਕਟ ਆ ਉਹ ਵਧੀ ਜਾਂਦਾ, ਠੀਕ ਹੈ। ਇਹ ਨੋਰਮਲ ਇੰਡਕਟਿਵ ਇਫੈਕਟ ਹੁੰਦਾ, ਪਰ ਜਦੋਂ ਐਲਕਾਈਲ ਗਰੁੱਪ ਆਪਣੇ ਕੋਲ ਜਾ ਕੇ ਡਬਲ ਜਾਂ ਟ੍ਰਿਪਲ ਬੌਂਡ ਦੇ ਨਾਲ ਲੱਗ ਜਾਂਦਾ, ਠੀਕ ਹੈ। ਇਹੀ ਐਲਕਾਈਲ ਗਰੁੱਪ ਜਦੋਂ ਨੋਰਮਲ ਸਿੰਗਲ ਬੌਂਡ ਵਾਲੀ ਚੇਨ ਦੇ ਵਿੱਚ ਹੋਊਗਾ, ਉਸ ਟਾਈਮ 'ਤੇ ਇਹਦਾ ਆਰਡਰ ਇਹ ਹੋਊਗਾ, ਟਰਸ਼ਰੀ ਸਭ ਤੋਂ ਵੱਧ, ਫਿਰ ਸੈਕੰਡਰੀ, ਫਿਰ ਪ੍ਰਾਇਮਰੀ, ਫਿਰ ਮਿਥਾਈਲ, ਠੀਕ ਹੈ। ਪਰ ਜਦੋਂ ਇਹੀ ਐਲਕਾਈਲ ਗਰੁੱਪਸ ਨੇ ਜਿਹੜੇ ਜਦੋਂ ਜਾ ਕੇ ਡਬਲ ਜਾਂ ਟ੍ਰਿਪਲ ਬੌਂਡ ਦੇ ਨਾਲ ਲੱਗ ਜਾਣਗੇ, ਠੀਕ ਹੈ, ਉਸ ਟਾਈਮ 'ਤੇ ਇਹ ਜਿਹੜਾ ਆਰਡਰ ਹੈ ਇਹ ਉਲਟ ਜੂਗਾ। ਮਿਥਾਈਲ ਸਭ ਤੋਂ ਪਹਿਲਾਂ ਆ ਜੂਗਾ, ਠੀਕ ਹੈ, ਫਿਰ ਪ੍ਰਾਇਮਰੀ, ਫਿਰ ਸੈਕੰਡਰੀ, ਫਿਰ ਟਰਸ਼ਰੀ, ਠੀਕ ਹੈ, ਫਿਰ ਪ੍ਰਾਇਮਰੀ, ਸੈਕੰਡਰੀ, ਫਿਰ ਟਰਸ਼ਰੀ, ਠੀਕ ਹੈ। ਇਹ ਆਰਡਰ ਉਲਟਦਾ ਕਿਉਂ ਆ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਇਹ ਆਰਡਰ ਉਲਟ ਜਾਂਦਾ, ਠੀਕ ਹੈ। ਇਹ ਜਿਹੜਾ ਉਲਟ ਦਾ ਆਰਡਰ ਹੈ ਇਹਨੂੰ ਸਟੱਡੀ ਕੀਤਾ ਸੀਗਾ ਬੇਕਰ ਅਤੇ ਨਾਥਨ ਨੇ, ਠੀਕ ਹੈ। ਬੇਕਰ ਅਤੇ ਨਾਥਨ 2 ਸਾਇੰਟਿਸਟ ਹੋਇਆ, ਬੇਕਰ ਅਤੇ ਨਾਥਨ ਨੇ ਸਟੱਡੀ ਕੀਤਾ ਸੀ, ਇਸ ਲਈ ਇਸ ਇਫੈਕਟ ਨੂੰ ਬੇਕਰ ਨਾਥਨ ਇਫੈਕਟ ਜਾਂ ਫਿਰ ਹਾਈਪਰ ਕੰਜੂਗੇਸ਼ਨ ਇਫੈਕਟ ਵੀ ਕਹਿ ਦਿੰਦੇ ਆ। ਹਾਈਪਰ ਕੰਜੂਗੇਸ਼ਨ ਇਫੈਕਟ, ਬੇਕਰ ਨਾਥਨ ਇਫੈਕਟ ਜਾਂ ਫਿਰ ਨੋ ਬੌਂਡ ਰੈਜ਼ੋਨੈਂਸ ਇਫੈਕਟ, ਇਹ 3 ਨਾਮ ਨੇ ਇਸ ਇਫੈਕਟ ਦੇ, ਠੀਕ ਹੈ। ਹੁਣ ਇਹ ਚੀਜ਼ ਹੁੰਦੀ ਕਿਉਂ ਆ, ਜਦੋਂ ਡਬਲ ਬੌਂਡ ਨਾਲ ਐਲਕਾਈਲ ਗਰੁੱਪਸ ਲੱਗਦੇ ਨੇ ਉਸ ਟਾਈਮ 'ਤੇ ਇਹਨਾਂ ਦਾ ਆਰਡਰ ਉਲਟਦਾ ਕਿਉਂ ਆ, ਪ੍ਰਾਇਮਰੀ ਸਭ ਤੋਂ ਵੱਧ ਰਿਐਕਟਿਵ ਹੈ ਜਿਹੜਾ ਉਹ ਕਿਉਂ ਬਣ ਜਾਂਦਾ, ਠੀਕ ਹੈ। ਇਹ ਚੀਜ਼ ਹੈ ਜਿਹੜੀ ਸਭ ਤੋਂ ਵੱਧ ਰਿਐਕਟਿਵ ਨਹੀਂ, ਸਭ ਤੋਂ ਵੱਧ ਪਲੱਸ ਆਈ ਇਫੈਕਟ ਜਿਹੜਾ ਹੈ ਉਹ ਕਿਉਂ ਸ਼ੋ ਕਰਦਾ, ਇਹ ਚੀਜ਼ ਪੜ੍ਹਨੀ ਹੈ। ਹੁਣ ਇਹਨੂੰ ਆਪਾਂ 2 ਤਰੀਕਿਆਂ ਨਾਲ ਐਕਸਪਲੇਨ ਕਰ ਸਕਦੇ ਹਾਂ। ਪਹਿਲਾ ਹੈਗਾ ਆਰਬਿਟਲ ਕੰਸੈਪਟ, ਦੂਸਰਾ ਹੈਗਾ ਰੈਜ਼ੋਨੈਂਸ ਕੰਸੈਪਟ। ਜਿਹੜਾ ਆਰਬਿਟਲ ਕੰਸੈਪਟ ਆ ਉਹਦੇ ਵਿੱਚ ਆਪਾਂ ਮੋਲੀਕੂਲਰ ਆਰਬਿਟਲ ਜਾਂ ਅਟੋਮਿਕ ਆਰਬਿਟਲਸ ਬਣਾਵਾਂਗੇ, ਠੀਕ ਹੈ। ਉਹਨਾਂ ਦੀ ਓਵਰਲੈਪਿੰਗ ਦੇਖਾਂਗੇ ਵੀ ਕਿਸ ਹਿਸਾਬ ਨਾਲ ਹੁੰਦੀ ਹੈ। ਰੈਜ਼ੋਨੈਂਸ ਦੇ ਵਿੱਚ ਰੈਜ਼ੋਨੇਟਿੰਗ ਸਟਰਕਚਰਸ ਬਣਾਵਾਂਗੇ, ਉੱਥੇ ਦੇਖਾਂਗੇ ਵੀ ਉਹ ਕਿਸ ਹਿਸਾਬ ਨਾਲ ਹੁੰਦਾ। ਉੱਪਰ ਲਿਖਿਆ ਹੋਇਆ ਬਾਅਦ 'ਚੋਂ ਪੜ੍ਹੀ ਜਾਇਓ, ਮੈਂ ਜਿਹੜਾ ਸਮਝਾ ਰਿਹਾ ਉਹ ਦੇਖ ਲਓ ਪਹਿਲਾਂ। ਦੀ ਐਗਜ਼ਾਮਪਲ ਲਵਾਂਗੇ, ਜਿਹੜੀ ਆਪਾਂ ਐਗਜ਼ਾਮਪਲ ਹੋਊਗੀ ਪ੍ਰੋਪੀਨ, ਠੀਕ ਹੈ। ਪ੍ਰੋਪੀਨ ਕੀ ਹੁੰਦਾ ਆਪਾਂ ਨੂੰ ਪਤਾ ਹੈਗਾ, CH3 CH ਡਬਲ ਬੌਂਡ CH2, ਠੀਕ ਹੈ। ਇਹ ਹੁੰਦੀ ਆ ਪ੍ਰੋਪੀਨ ਆਪਣੇ ਕੋਲ, CH2 ਇੱਕ H ਆ ਸੀ, ਠੀਕ ਹੈ। ਇਹ ਹੋ ਗਈ CH3 ਸਿੰਗਲ ਬੌਂਡ CH ਡਬਲ ਬੌਂਡ CH2, ਅਤੇ ਸਿੰਗਲ ਬੌਂਡ ਬਣਾਇਆ ਆ ਅਤੇ ਆ ਓਵਰਲੈਪ ਕਰ ਰਹੇ ਨੇ, ਡਬਲ ਬੌਂਡ ਨੂੰ ਰਿਪਰਜੈਂਟ ਕਰਦੇ, ਠੀਕ ਹੈ। ਸਾਈਡ ਵਾਈਜ਼ ਓਵਰਲੈਪ ਮਤਲਬ ਪਾਈ ਬੌਂਡ, ਇੱਕ ਸਿਗਮਾ ਬੌਂਡ ਹੋ ਗਿਆ, ਆ ਹੋ ਗਿਆ ਪਾਈ ਬੌਂਡ, ਦੋਨਾਂ ਨੂੰ ਮਿਲਾ ਕੇ, ਠੀਕ ਹੈ, ਤਾਂ ਇਹ ਡਬਲ ਬੌਂਡ ਬਣ ਗਿਆ। ਆਹੀ ਚੀਜ਼ ਬਣ ਗਈ, ਇਹ ਪੀ ਆਰਬਿਟਲ ਓਵਰਲੈਪ ਹੋ ਰਿਹਾ, ਪਾਈ ਬੌਂਡ ਬਣ ਰਿਹਾ, ਠੀਕ ਹੈ। ਹੁਣ ਆਹ ਜਿਹੜਾ ਆਰਬਿਟਲ ਹੈ ਇਹਦੇ ਆਹ ਕਾਰਬਨ ਦੇ 3-4 ਬੌਂਡ ਬਣਦੇ ਨੇ, ਚਾਰੇ ਸਿੰਗਲ ਨੇ, ਠੀਕ ਹੈ। sp3 ਹਾਈਬ੍ਰਿਡਾਈਜ਼ਡ ਜਿਹੜੀ ਕਾਰਬਨ ਹੈ। ਉਸ ਤੋਂ ਬਾਅਦ ਇਹਦੇ ਵਿੱਚ ਆ ਜਿਹੜਾ ਆਰਬਿਟਲ ਹੈ ਇਹ ਆਰਬਿਟਲ ਕਿਹੜਾ ਹੋਊਗਾ, sp3 ਹਾਈਬ੍ਰਿਡ ਆਰਬਿਟਲ, ਠੀਕ ਹੈ। ਆਹ ਆਰਬਿਟਲਸ ਕੀ ਨੇ ਆਪਣੇ ਕੋਲ,
ਅਨਹਾਈਬ੍ਰਿਡਾਈਜ਼ਡ ਪੀ ਆਰਬਿਟਲਸ, ਠੀਕ ਹੈ, ਕਾਰਬਨ ਦੇ ਜਿਹੜੇ ਓਵਰਲੈਪ ਕਰਕੇ ਪਾਈ ਬੌਂਡ ਬਣਾਉਂਦੇ ਨੇ, ਆਹ ਹਾਈਬ੍ਰਿਡਾਈਜ਼ਡ ਪੀ ਆਰਬਿਟਲ ਹੈ। ਹੁਣ ਇਹਦੇ ਵਿੱਚ ਕੀ ਹੋਊਗਾ, ਇਹ ਤਿੰਨੇ ਆਰਬਿਟਲ ਇੱਕ ਪਲੇਨ ਦੇ ਵਿੱਚ ਹੁੰਦੇ ਨੇ, ਤਾਂ ਇਹਨਾਂ ਦੇ ਵਿੱਚ ਇੱਕ ਇੱਕ ਇਲੈਕਟ੍ਰੋਨ ਹੈ ਦੋਨਾਂ 'ਚ, ਇਹਦੇ ਵਿੱਚ 2 ਇਲੈਕਟ੍ਰੋਨ ਨੇ, ਠੀਕ ਹੈ। ਤਾਂ ਇਹ ਤਿੰਨੇ ਆਰਬਿਟਲ ਨੇ ਜਿਹੜੇ ਇੱਕ ਪਲੇਨ ਦੇ ਵਿੱਚ ਨੇ, ਤਾਂ ਇਹੀ ਜਿਹੜੀ ਇਹਨਾਂ ਦੀ ਓਵਰਲੈਪ ਹੋ ਰਹੀ ਹੈ ਥੋੜ੍ਹੀ ਜਿਹੀ ਅੱਗੇ ਵੱਧ ਕੇ ਇਸ ਆਰਬਿਟਲ ਦੇ ਨਾਲ ਵੀ ਹੋ ਜਾਂਦੀ ਹੈ, ਠੀਕ ਹੈ। ਜਦੋਂ ਇਸ ਤਰੀਕੇ ਦੀ ਓਵਰਲੈਪ ਹੋ ਜਾਂਦੇ ਆ, ਠੀਕ ਹੈ, ਤਾਂ ਜਿਹੜੇ ਇਹਦੇ 2 ਇਲੈਕਟ੍ਰੋਨ ਨੇ ਅਤੇ ਇਹਦਾ ਇੱਕ ਅਤੇ ਇਹਦਾ ਇੱਕ, ਟੋਟਲ 4 ਇਲੈਕਟ੍ਰੋਨਸ ਨੇ, 1 2 3 ਅਤੇ ਚੌਥਾ ਹਾਈਡਰੋਜਨ, 4 ਹੀ ਐਟਮਸ ਨੇ। ਇਹੀ ਚੀਜ਼ ਹੁੰਦੀ ਆ ਆਪਾਂ ਜਦੋਂ ਰੈਜ਼ੋਨੈਂਸ ਦੇ ਵਿੱਚ ਪੜ੍ਹਦੇ ਹਾਂ, ਠੀਕ ਹੈ। ਜਿੰਨੇ ਐਟਮਸ ਉਨੇ ਇਲੈਕਟ੍ਰੋਨਸ ਹੁੰਦੇ ਨੇ, ਉਨੇ ਹੀ ਸਾਰੇ ਦੇ ਸਾਰੇ ਇਲੈਕਟ੍ਰੋਨ ਸਾਰੇ ਦੇ ਸਾਰੇ ਐਟਮਸ ਦੇ ਉੱਪਰ ਹੀ ਡੀਲੋਕਲਾਈਜ਼ ਹੋ ਜਾਂਦੇ ਆ। ਇਹੀ ਜਿਹੜੇ ਆਹ 2 ਇਲੈਕਟ੍ਰੋਨਸ ਆਹ 2 ਕਾਰਬਨਸ 'ਤੇ ਸੀਗੇ, ਆਹ 2 ਇਲੈਕਟ੍ਰੋਨਸ ਇਹਨਾਂ ਦੋਨਾਂ ਦੇ ਕਾਰਬਨ ਅਤੇ ਹਾਈਡਰੋਜਨ ਦੇ ਵਿਚਾਲੇ ਸੀ। ਜਦੋਂ ਓਵਰਲੈਪ ਪੋਸੀਬਲ ਹੋ ਗਿਆ, ਉਦੋਂ ਚਾਰੇ ਇਲੈਕਟ੍ਰੋਨ ਚਾਰੇ ਐਟਮਸ ਦੇ ਉੱਪਰ ਆ ਗਏ। ਆਹ ਦੋਨੇ ਇਲੈਕਟ੍ਰੋਨਸ ਇੱਧਰ ਨੂੰ ਵੀ ਜਾ ਸਕਦੇ ਆ, ਆਹ ਦੋਨੇ ਇਲੈਕਟ੍ਰੋਨਸ ਇੱਥੇ ਆ ਸਕਦੇ ਆ, ਠੀਕ ਹੈ। ਆਹ ਓਵਰਲੈਪ ਹੋ ਗਿਆ, ਤਾਂ ਇਸ ਓਵਰਲੈਪ ਨੂੰ ਆਪਾਂ ਕੀ ਕਹਾਂਗੇ, ਹਾਈਪਰ ਕੰਜੂਗੇਸ਼ਨ ਜਾਂ ਫਿਰ ਬੇਕਰਨਾਥਨ ਜਾਂ ਫਿਰ ਨੋ ਬੌਂਡ ਰੈਜ਼ੋਨੈਂਸ ਇਫੈਕਟ, ਠੀਕ ਹੈ। ਹੁਣ ਇਹਦੇ ਵਿੱਚ ਇੱਕ ਗੱਲ ਦਾ ਹੋਰ ਧਿਆਨ ਦਿਓ, ਆਹ ਕਿਹੜਾ ਬੌਂਡ ਸੀਗਾ, ਪਾਈ ਬੌਂਡ, ਠੀਕ ਹੈ। ਆਹ ਕਿਹੜਾ ਬੌਂਡ ਸੀ, ਸਿਗਮਾ, ਤਾਂ ਇਹਨੂੰ ਆਪਾਂ ਕੀ ਕਹਾਂਗੇ, ਪਾਈ ਸਿਗਮਾ ਓਵਰਲੈਪ ਜਾਂ ਫਿਰ ਸਿਗਮਾ ਐਂਡ ਪਾਈ ਇਲੈਕਟ੍ਰੋਨ, ਦੋਨੇ ਇਲੈਕਟ੍ਰੋਨਸ ਇਹਦੇ ਵਿੱਚ ਇਨਵੋਲਵ ਹੋਣਗੇ। ਸਿਗਮਾ ਪਾਈ ਓਵਰਲੈਪ ਹੋਊਗਾ ਇਹ, ਜਾਂ ਫਿਰ ਕੰਜੂਗੇਸ਼ਨ ਹੋਊਗੀ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਿਓ। ਹੁਣ ਨੈਕਸਟ ਹੈ ਆਪਣੇ ਕੋਲੇ ਰੈਜ਼ੋਨੈਂਸ ਕੰਸੈਪਟ। ਇਹ ਹੋ ਗਿਆ ਆਪਣਾ ਆਰਬਿਟਲ ਕੰਸੈਪਟ, ਵੀ ਆਰਬਿਟਲ ਕਿਵੇਂ ਓਵਰਲੈਪ ਕਰਦੇ ਨੇ। ਨੈਕਸਟ ਹੈ ਆਪਣੇ ਕੋਲੇ ਰੈਜ਼ੋਨੈਂਸ ਕੰਸੈਪਟ। ਰੈਜ਼ੋਨੈਂਸ ਕੰਸੈਪਟ ਦੇ ਵਿੱਚ ਕੀ ਹੈ, ਆਪਣੇ ਕੋਲੇ ਆਹ ਹੈ, ਉਸੇ ਵੀ ਐਗਜ਼ਾਮਪਲ ਲਵਾਂਗੇ ਆਪਾਂ ਪ੍ਰੋਪੀਨ ਦੀ, ਠੀਕ ਹੈ। ਪ੍ਰੋਪੀਨ ਦੇ ਵਿੱਚ CH3 ਸੀ ਜਿਹੜਾ, ਉਹਨੂੰ ਆਪਾਂ ਖੋਲ ਕੇ ਲਿਖ ਲਿਆ CH ਡਬਲ ਬੌਂਡ CH2, ਨੰਬਰਿੰਗ ਕਰ ਲਈ ਕਾਰਬਨ ਸੀ, ਆ ਪਹਿਲੀ ਕਾਰਬਨ ਆ, ਦੂਸਰੀ ਆ, ਤੀਸਰੀ ਕਾਰਬਨ, ਠੀਕ ਹੈ। ਹੁਣ ਹੋਊਗਾ ਕਿ ਆਹ ਜਿਹੜਾ ਕਾਰਬਨ ਹਾਈਡਰੋਜਨ ਬੌਂਡ ਹੈ, ਇਹਨੂੰ ਆਪਾਂ ਇਨਵੋਲਵ ਕਰਾਉਣਾ ਡਬਲ ਬੌਂਡ ਦੇ ਨਾਲ, ਤਾਂ ਹੋਊਗਾ ਕਿ ਆਪਾਂ ਕੀ ਕਰਦੇ ਹਾਂ, ਇੱਥੋਂ ਇਹਨੂੰ ਸ਼ਿਫਟ ਕਰ ਦਿੰਦੇ ਹਾਂ ਇੱਥੇ। ਅੱਛਾ, ਐਰੋਜ਼ ਦਾ ਫਿਰ ਧਿਆਨ ਰੱਖਿਓ, ਮੈਂ ਕੀ ਕਿਹਾ ਸੀ ਪਿਛਲੀ ਵੀਡੀਓ 'ਚ ਵੀ, ਜਿੱਥੋਂ ਇਲੈਕਟ੍ਰੋਨ ਚੱਕਣੇ ਆ ਅਤੇ ਜਿੱਥੇ ਲੈ ਕੇ ਜਾਣੇ, ਜਿੱਥੇ ਲੈ ਕੇ ਜਾਣੇ ਇਲੈਕਟ੍ਰੋਨਸ ਉੱਤੇ ਹੈੱਡ ਹੋਊਗਾ, ਜਿੱਥੋਂ ਚੱਕਣੇ ਆ ਉੱਥੇ ਐਰੋ ਦੀ ਟੇਲ ਹੋਊਗੀ, ਠੀਕ ਹੈ। ਤਾਂ ਐਰੋ ਇੱਦਾਂ ਬਣੂਗਾ, ਉਲਟਾ ਐਰੋ ਨਾ ਬਣਾਇਓ, ਗਾੜੀ 'ਚ ਕਈ ਵਾਰੀ ਨਹੀਂ ਪਤਾ ਲੱਗਦਾ ਹੁੰਦਾ। ਤਾਂ ਇੱਥੇ ਜਦੋਂ ਬੌਂਡ ਬਣ ਗਿਆ 2 ਅਤੇ 2 4 ਅਤੇ 1 5 ਬੌਂਡ ਹੋ ਗਿਆ ਕਾਰਬਨ ਦੇ, ਤਾਂ ਇਹ ਕੀ ਕਰੂਗਾ, ਆਹ ਬੌਂਡ ਤੋੜ ਕੇ ਇਲੈਕਟ੍ਰੋਨਸ ਇਸ ਕਾਰਬਨ 'ਤੇ ਚਲੇ ਜਾਣਗੇ, ਠੀਕ ਹੈ। ਤਾਂ H 'ਤੇ ਆ ਗਿਆ ਪੋਜ਼ੀਟਿਵ ਚਾਰਜ, ਕਿਉਂਕਿ H 'ਤੇ ਕਾਰਬਨ ਦਾ ਬੌਂਡ ਹੈ ਜਿਹੜਾ ਉਹ ਇੱਥੇ ਸ਼ਿਫਟ ਹੋ ਗਿਆ। ਉਸ ਤੋਂ ਬਾਅਦ ਆਹ ਕਾਰਬਨ ਦੇ ਬੌਂਡ 4 ਪੂਰੇ ਨੇ, ਆਹ ਕਾਰਬਨ ਦੇ ਵੀ 4 ਬੌਂਡ ਪੂਰੇ ਨੇ, ਆਹ ਕਾਰਬਨ ਦੇ 3 ਬੌਂਡ ਨੇ, ਇੱਕ ਲੋਨ ਪੇਅਰ ਪਿਆ, ਤਾਂ ਇੱਥੇ ਆ ਗਿਆ ਨੈਗੇਟਿਵ ਚਾਰਜ, ਠੀਕ ਹੈ। ਹੁਣ ਇਹ ਜਿਹੜੀ ਚੀਜ਼ ਇਸ ਹਾਈਡਰੋਜਨ ਨਾਲ ਹੋਈ ਆ, ਉਹ ਇਸ ਹਾਈਡਰੋਜਨ ਨਾਲ ਵੀ ਹੋ ਸਕਦੀ ਹੈ ਅਤੇ ਇਸ ਹਾਈਡਰੋਜਨ ਨਾਲ ਵੀ ਹੋ ਸਕਦੀ ਹੈ, ਕਿਉਂਕਿ ਤਿੰਨੇ ਹਾਈਡਰੋਜਨਾਂ ਸੇਮ ਕਾਰਬਨ ਦੇ ਨਾਲ ਹੀ ਨੇ। ਕਾਰਬਨ ਦਾ ਜੇ ਜੀ ਕਰੂਗਾ ਇਸ ਹਾਈਡਰੋਜਨ ਤੋਂ ਲੈ ਲੂਗਾ ਇਲੈਕਟ੍ਰੋਨ, ਜੇ ਜੀ ਕਰੂਗਾ ਇਸ ਹਾਈਡਰੋਜਨ ਤੋਂ ਲੈ ਲੂਗਾ, ਜੇ ਜੀ ਕਰੂਗਾ ਤਾਂ ਇਸ ਹਾਈਡਰੋਜਨ ਤੋਂ ਲੈ ਲੂਗਾ। ਤਾਂ ਤਿੰਨ ਇਹਦੇ ਸਟਰਕਚਰ ਬਣਨਗੇ ਰੈਜ਼ੋਨੇਟਿੰਗ ਸਟਰਕਚਰਸ। ਪਹਿਲਾ ਜਦੋਂ ਆਹ ਹਾਈਡਰੋਜਨ ਹੈ, ਦੂਸਰਾ ਜਦੋਂ ਆਹ ਹਾਈਡਰੋਜਨ ਹੈ, ਤੀਸਰਾ ਜਦੋਂ ਨੀਚੇ ਵਾਲੀ ਹਾਈਡਰੋਜਨ ਹੈ, ਅਤੇ 3 ਰੈਜ਼ੋਨੇਟਿੰਗ ਸਟਰਕਚਰਸ ਬਣ ਗਏ। ਹੁਣ ਇਹ ਤਾਂ ਹੋ ਗਏ ਇਹਦੇ ਹਾਈਪਰ ਕੰਜੂਗੇਟਿਵ ਸਟਰਕਚਰਸ, ਰੈਜ਼ੋਨੇਟਿੰਗ ਨਹੀਂ ਕਹਾਂਗੇ, ਸੌਰੀ, ਇਹਨੂੰ ਆਪਾਂ ਹਾਈਪਰ ਕੰਜੂਗੇਟਿਵ ਸਟਰਕਚਰਸ ਕਹਾਂਗੇ। ਹੁਣ ਇੱਥੇ ਜਿਹੜੀ ਦੂਸਰੀ ਗੱਲ, ਪਹਿਲੀ ਗੱਲ ਤਾਂ ਹੋ ਗਈ ਇਹ ਵੀ 3 ਬਣ ਗਏ, ਦੂਸਰੀ ਗੱਲ ਜਿਹੜੀ ਇੱਥੇ ਧਿਆਨ ਰੱਖਣੀ ਹੈ ਵੀ H ਹੈ ਜਿਹੜਾ, ਉਹਦਾ ਬੌਂਡ ਕਾਰਬਨ ਨਾਲੋਂ ਤੋੜ ਕੇ ਆਪਾਂ ਇੱਥੇ ਡਬਲ ਬੌਂਡ ਬਣਾ ਦਿੰਦੇ ਹਾਂ, ਠੀਕ ਹੈ। ਪਰ ਹਾਈਡਰੋਜਨ ਹੈ ਜਿਹੜਾ, ਉਹ ਫਰੀ ਨਹੀਂ ਹੁੰਦਾ ਕਾਰਬਨ ਨੂੰ ਛੱਡ ਕੇ ਜਾਣ ਵਾਸਤੇ। ਤਾਂ ਹਾਈਡਰੋਜਨ ਇੱਦਾਂ ਨਹੀਂ ਹੈ ਵੀ ਲੋਸਟ ਹੋ ਗਿਆ, ਇਸ ਮੋਲੀਕਿਊਲ ਦੇ ਵਿੱਚੋਂ ਹਾਈਡਰੋਜਨ ਨਿਕਲ ਗਿਆ ਬਾਹਰ, H ਪੋਜ਼ੀਟਿਵ ਨਹੀਂ ਨਿਕਲਦਾ। ਕਿਉਂ ਨਹੀਂ ਨਿਕਲਦਾ, ਕਿਉਂਕਿ ਜਦੋਂ ਆਪਾਂ ਆਰਬਿਟਲ ਕੰਸੈਪਟ ਦੇਖਦੇ ਹਾਂ ਤਾਂ ਹਾਈਡਰੋਜਨ ਅਤੇ ਕਾਰਬਨ ਦਾ ਬੌਂਡ ਹੈ ਜਿਹੜਾ ਹੁੰਦਾ ਗਿਆ, ਉਹਦੇ ਇਲੈਕਟ੍ਰੋਨਸ ਆਹ ਦੋਨਾਂ ਕਾਰਬਨਾਂ ਅਤੇ ਆਹ ਦੋਨਾਂ ਕਾਰਬਨਾਂ ਦੇ ਵਿੱਚ ਆ ਜਾਂਦੇ ਨੇ, ਪਰ ਆਹ ਫਰੀ ਤਾਂ ਨਹੀਂ ਹੋਇਆ ਹਾਈਡਰੋਜਨ ਇੱਥੋਂ। ਮਤਲਬ ਜੇ ਇਹਦੇ ਇਲੈਕਟ੍ਰੋਨ ਇੱਧਰ ਨੂੰ ਜਾਂਦੇ ਤਾਂ ਇਹਦੇ ਇਲੈਕਟ੍ਰੋਨ ਵੀ ਤਾਂ ਇਸ ਥਾਂ 'ਤੇ ਆਉਣਗੇ ਕਦੇ ਨਾ ਕਦੇ, ਠੀਕ ਹੈ। ਤਾਂ ਇਲੈਕਟ੍ਰੋਨਸ ਕੰਟੀਨਿਊਸਲੀ ਰਿਵੋਲਵ ਹੁੰਦੇ ਰਹਿੰਦੇ ਨੇ। ਤਾਂ ਹਾਈਡਰੋਜਨ ਹੈ ਜਿਹੜਾ, ਉਹ ਫਰੀ ਨਹੀਂ ਹੁੰਦਾ ਕਾਰਬਨ ਨੂੰ ਛੱਡ ਕੇ ਜਾਣ ਵਾਸਤੇ। ਇਸੇ ਤਰ੍ਹਾਂ ਆਹ ਹਾਈਡਰੋਜਨ ਅਤੇ ਆਹ ਹਾਈਡਰੋਜਨ ਵੀ ਨਹੀਂ ਫਰੀ ਹੁੰਦੇ। ਤਾਂ H ਪੋਜ਼ੀਟਿਵ ਨੂੰ ਆਪਾਂ ਇੱਥੇ ਰੱਖਾਂਗੇ, ਠੀਕ ਹੈ। ਇਹ ਹੋ ਗਈ ਦੂਸਰੀ ਗੱਲ ਇੱਥੇ। ਹੁਣ ਤੀਸਰੀ ਗੱਲ ਇੱਥੇ ਕੀ ਹੈ ਵੀ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ, ਹਾਈਡਰੋਜਨ ਅਤੇ ਕਾਰਬਨ ਦਾ ਕੋਈ ਵੀ ਬੌਂਡ ਨਹੀਂ ਹੈ, ਨਾ ਇਹ 'ਚ ਨਾ ਇਹ 'ਚ ਨਾ ਇਹ 'ਚ, ਠੀਕ ਹੈ। ਤਾਂ ਕਰਕੇ ਇਹਨੂੰ ਨੋ ਬੌਂਡ ਰੈਜ਼ੋਨੈਂਸ ਕਹਿੰਦੇ ਆ। ਕੋਈ ਵੀ ਬੌਂਡ ਹੈ ਨਹੀਂ ਹਾਈਡਰੋਜਨ ਅਤੇ ਕਾਰਬਨ ਦਾ, ਤਾਂ ਕਰਕੇ ਇਹਦਾ ਨਾਮ ਜਿਹੜਾ ਪਿਆ ਨੋ ਬੌਂਡ ਰੈਜ਼ੋਨੈਂਸ। ਉਸ ਤੋਂ ਬਾਅਦ ਨੋ ਬੌਂਡ ਹੈ ਨਹੀਂ, ਪਹਿਲਾਂ ਤਾਂ ਕੋਈ ਬੌਂਡ ਹੈ ਨਹੀਂ, ਤਾਂ ਕਰਕੇ ਨੋ ਬੌਂਡ। ਉਸ ਤੋਂ ਬਾਅਦ ਰੈਜ਼ੋਨੇਟਿੰਗ ਸਟਰਕਚਰਸ ਬਣ ਰਹੇ ਨੇ, ਰੈਜ਼ੋਨੈਂਸ ਹੋ ਰਹੀ ਹੈ ਇੱਕ ਤਰੀਕੇ ਦੀ, ਤਾਂ ਰੈਜ਼ੋਨੈਂਸ, ਨੋ ਬੌਂਡ ਰੈਜ਼ੋਨੈਂਸ ਇਸ ਇਫੈਕਟ ਦਾ ਨਾਮ ਪੈ ਗਿਆ, ਠੀਕ ਹੈ। ਉਸ ਤੋਂ ਬਾਅਦ ਇਸ ਇਫੈਕਟ ਦੇ ਵਿੱਚ ਕੰਜੂਗੇਸ਼ਨ ਹੈ ਜਿਹੜੀ, ਉਹ ਸਿਗਮਾ ਅਤੇ ਪਾਈ ਇਲੈਕਟ੍ਰੋਨਸ ਦੀ ਹੋ ਰਹੀ ਹੈ, ਤਾਂ ਕਰਕੇ ਇਸ ਨੂੰ ਸਿਗਮਾ ਪਾਈ ਕੰਜੂਗੇਸ਼ਨ ਇਫੈਕਟ ਵੀ ਕਹਿ ਦਿੰਦੇ ਨੇ, ਠੀਕ ਹੈ।
ਉਸ ਤੋਂ ਬਾਅਦ ਜਿਹੜੀ ਇਹਦੇ ਵਿੱਚ ਚੀਜ਼ ਦੇਖਣ ਵਾਲੀ ਆ ਉਹ ਇਹ ਹੈ ਵੀ ਆ ਲਿਖਿਆ ਹੋਇਆ, ਵੈਸੇ ਤੁਸੀਂ ਆਪੇ ਪੜ੍ਹ ਲਿਓ, ਇੱਥੇ ਮੈਂ ਸਮਝਾ ਦੇਣਾ। ਹੁਣ ਜਦੋਂ ਤੁਸੀਂ ਨਾਰਮਲੀ ਇਹਦੇ ਵਿੱਚ ਦੇਖੋਗੇ ਤਾਂ ਪਹਿਲੀ ਅਤੇ ਦੂਸਰੀ ਕਾਰਬਨ ਦੇ ਵਿੱਚ ਬਿਨਾਂ ਚਾਰਜ ਸੈਪਰੇਸ਼ਨ ਤੋਂ ਆ ਇਹਦਾ ਸਟਰਕਚਰ ਹੈ CH3 CH ਡਬਲ ਬੌਂਡ CH2, ਪਹਿਲੀ ਕਾਰਬਨ, ਦੂਸਰੀ ਕਾਰਬਨ, ਤੀਸਰੀ ਕਾਰਬਨ, ਠੀਕ ਹੈ। ਇੱਥੇ ਥੋੜ੍ਹਾ ਜਿਹਾ ਇਹਨੂੰ 2 ਕਰ ਲਓ, ਇੱਥੇ H ਇੱਕ ਅਲੱਗ ਲਿਖ ਲਓ, ਜਿਹੜੀ ਆਹ ਵਾਲੀ H ਸੀ ਇੱਥੇ ਆਪਾਂ ਅਲੱਗ ਲਿਖ ਲਈ, ਠੀਕ ਹੈ। ਹੁਣ ਸਭ ਤੋਂ ਪਹਿਲਾਂ ਆਹ ਬੌਂਡ ਦੇਖੋ, ਇਹ ਬੌਂਡ ਡਬਲ ਹੈ, ਠੀਕ ਹੈ। ਰੈਜ਼ੋਨੇਟਿੰਗ ਸਟਰਕਚਰ ਦੇ ਵਿੱਚ ਇਹ ਬੌਂਡ ਹੈ ਜਿਹੜਾ ਇਹ ਸਿੰਗਲ ਹੈ, ਸਿੰਗਲ ਹੈ ਨਾ। 3 ਸਟਰਕਚਰਸ ਦੇ ਵਿੱਚ ਇਹ ਬੌਂਡ ਸਿੰਗਲ ਹੈ, ਇੱਕ ਸਟਰਕਚਰ ਦੇ ਵਿੱਚ ਡਬਲ ਹੈ। ਤਾਂ ਇਹ ਬੌਂਡ ਹੈ ਜਿਹੜਾ ਇਹ ਨਾ ਸਿੰਗਲ ਹੋਊਗਾ ਨਾ ਡਬਲ ਹੋਊਗਾ, ਵਿੱਚ ਵਿਚਾਲੇ ਲਾਈ ਕਰੂਗਾ, ਜਿਵੇਂ ਆਪਾਂ ਰੈਜ਼ੋਨੈਂਸ ਦੇ ਵਿੱਚ ਪੜ੍ਹਿਆ ਸੀ, ਠੀਕ ਹੈ। ਬੈਂਜ਼ੀਨ ਦੇ ਵਿੱਚ ਪੜ੍ਹਿਆ ਸੀ ਨਾ ਵੀ ਹਾਂ ਬੌਂਡਸ ਨੇ ਜਿਹੜੇ 1.39 ਐਂਗਸਟ੍ਰੋਮ ਦੇ ਹੁੰਦੇ ਆ, ਹੋਣੇ ਕਿੰਨੇ ਚਾਹੀਦੇ 1.34 ਅਤੇ 1.54 ਦੇ ਵਿੱਚ, ਮਤਲਬ 1.34 ਜਿਹੜਾ ਹੈ ਉਹ ਡਬਲ ਬੌਂਡ ਹੁੰਦਾ, 1.54 ਜਿਹੜਾ ਹੈ ਉਹ ਸਿੰਗਲ ਬੌਂਡ ਹੁੰਦਾ। ਪਰ ਇਹ ਜਿਹੜਾ ਹੁੰਦਾ 1.39 ਹੁੰਦਾ, ਸਿੰਗਲ ਅਤੇ ਡਬਲ ਦੇ ਵਿਚਾਲੇ ਹੁੰਦਾ ਬੈਂਜ਼ੀਨ ਦੇ ਵਿੱਚ। ਉਸੇ ਤਰ੍ਹਾਂ ਹੀ ਇੱਥੇ ਇਹ ਡਬਲ ਹੈ, ਇਹਨਾਂ ਦੇ ਵਿੱਚ ਇਹ ਸਿੰਗਲ ਆ, ਤਾਂ ਇਹਦਾ ਕਰੈਕਟਰ ਨਾ ਸਿੰਗਲ ਬੌਂਡ ਵਾਲਾ ਹੋਊਗਾ ਨਾ ਡਬਲ ਬੌਂਡ ਵਾਲਾ ਹੋਊਗਾ, ਉਹਦੇ ਵਿੱਚ ਵਿਚਾਲੇ ਹੋਊਗਾ। ਹੁਣ ਨੈਕਸਟ ਆ ਜੋ ਕਾਰਬਨ 2 ਅਤੇ ਕਾਰਬਨ 3 ਦੇ ਵਿਚਾਲੇ ਵਾਲਾ ਬੌਂਡ, ਇਹ ਬੌਂਡ ਇੱਥੇ ਦੇਖੋ ਸਿੰਗਲ ਹੈ, ਰੈਜ਼ੋਨੇਟਿੰਗ ਸਟਰਕਚਰਸ 'ਚ ਸਾਰਿਆਂ 'ਚ ਇਹ ਬੌਂਡ ਡਬਲ ਹੈ, ਠੀਕ ਹੈ। ਤਾਂ ਇਹਦਾ ਜਿਹੜਾ ਕਰੈਕਟਰ ਹੈ ਉਹ ਸਿੰਗਲ ਅਤੇ ਡਬਲ ਵਾਲਾ, ਕਿਵੇਂ ਮਤਲਬ ਇਹਦਾ ਜਿਹੜਾ ਕਰੈਕਟਰ ਹੈ ਉਹ ਵੀ ਸੇਮ ਉਹੀ ਚੀਜ਼ ਪਹਿਲਾਂ ਵਾਲੀ ਸਿੰਗਲ ਅਤੇ ਡਬਲ ਵਾਲਾ ਕਰੈਕਟਰ ਹੋਊਗਾ, ਠੀਕ ਹੈ। ਹੁਣ ਆਹ ਜਿਹੜਾ ਬੌਂਡ ਹੈ ਇੱਥੇ ਦੇਖੋ, ਇੱਥੇ ਇਹ ਬੌਂਡ ਸਿੰਗਲ ਹੈ, ਇੱਥੇ ਬੌਂਡ ਹੀ ਨਹੀਂ ਹੈਗਾ, ਇੱਥੇ ਵੀ ਨਹੀਂ ਬੌਂਡ ਹੈਗਾ, ਇੱਥੇ ਵੀ ਨਹੀਂ ਬੌਂਡ ਹੈਗਾ, ਠੀਕ ਹੈ, ਕਾਰਬਨ ਅਤੇ ਹਾਈਡਰੋਜਨ ਦੇ ਵਿਚਾਲੇ। ਤਾਂ ਇੱਥੇ ਆਪਾਂ ਕਿਸ ਕਨਕਲੂਜ਼ਨ 'ਤੇ ਪਹੁੰਚਦੇ ਹਾਂ, ਵੀ ਪਹਿਲਾਂ ਤਾਂ ਆਇਆ ਬੌਂਡ ਹੀ ਡਿਸਕਸ ਕਰ ਲਈਏ ਵੀ ਇਹ ਬੌਂਡ ਹੈ ਜਿਹੜਾ ਇੱਕ, ਇਹਦਾ ਬੌਂਡ ਆਰਡਰ 1 ਤੋਂ ਘੱਟ ਹੋਊਗਾ, ਮਤਲਬ ਸਿੰਗਲ ਬੌਂਡ ਤੋਂ ਘੱਟ ਦਾ ਬੌਂਡ ਆਰਡਰ ਹੋਊਗਾ। ਹੁਣ ਜਦੋਂ ਆਪਾਂ ਨਾਰਮਲ ਸਟਰਕਚਰ ਦੇਖਦੇ ਹਾਂ, ਨਾਰਮਲ ਸਟਰਕਚਰ ਦੇ ਵਿੱਚ ਕਾਰਬਨ ਅਤੇ ਹਾਈਡਰੋਜਨ ਦਾ ਸਿੰਗਲ ਬੌਂਡ ਹੈ, ਠੀਕ ਹੈ। ਤਾਂ ਆਪਾਂ ਓਵਰਆਲ ਕੀ ਲਿਖਾਂਗੇ ਵੀ ਇਹ ਜਿਹੜਾ ਬੌਂਡ ਹੈ ਇਹਦਾ ਬੌਂਡ ਆਰਡਰ ਨਾਰਮਲ 1 ਹੈਗਾ ਇਹਦਾ, ਠੀਕ ਹੈ। ਪਰ ਆਪਾਂ ਕੀ ਲਿਖਾਂਗੇ ਬੌਂਡ ਆਰਡਰ 1 ਤੋਂ ਘੱਟ ਹੈ। ਹੁਣ ਆਹ ਇੱਥੇ ਸਿੰਗਲ ਹੈ, ਠੀਕ ਹੈ, ਤਾਂ ਮੋਰ ਦੈਨ 1 ਹੈ, ਇੱਥੇ ਡਬਲ ਹੈ ਤਾਂ ਲੈਸ ਦੈਨ 2 ਹੈ। ਤਾਂ ਜਿਹੇ ਜਿਹੇ ਆਪਾਂ ਨੂੰ ਬੌਂਡਸ ਨੇ ਜਿਹੜੇ ਉਹ ਨਾਰਮਲ ਸਟਰਕਚਰ ਦੇ ਵਿੱਚ ਮਿਲ ਰਹੇ ਨੇ, ਆਪਾਂ ਕਨਕਲੂਜ਼ਨ ਲਿਖਣਾ ਜਿਹੜਾ ਉਹ ਉਹਨਾਂ ਦੇ ਬੇਸ 'ਤੇ ਲਿਖਣਾ, ਠੀਕ ਹੈ। ਇੱਥੇ ਇਹ ਡਬਲ ਆ, ਉਹਨਾਂ ਦੇ ਵਿੱਚ ਚਾਹੇ 3 ਦੇ ਵਿੱਚ ਸਿੰਗਲ ਰਹਿੰਦਾ, ਤਾਂ ਆਪਾਂ ਕੀ ਲਿਖਾਂਗੇ ਡਬਲ ਬੌਂਡ ਤੋਂ ਘੱਟ ਹੈ ਇਹਦਾ ਆਰਡਰ। ਇੱਥੇ ਸਿੰਗਲ ਹੈ, ਸਿੰਗਲ ਬੌਂਡ ਤੋਂ ਜ਼ਿਆਦਾ ਹੈ ਇਹਦਾ ਆਰਡਰ, ਠੀਕ ਹੈ। ਇੱਥੇ ਸਿੰਗਲ ਹੈ, ਇੱਥੇ ਕਿਉਂਕਿ ਇਹਨਾਂ ਦੇ ਵਿੱਚ ਕੋਈ ਵੀ ਬੌਂਡ ਨਹੀਂ ਰਹਿੰਦਾ ਤਾਂ ਇਹ ਸਿੰਗਲ ਬੌਂਡ ਤੋਂ ਘੱਟ ਹੈ ਇਹਦਾ ਆਰਡਰ, ਠੀਕ ਹੈ। ਇਹ ਚੀਜ਼ ਆਪਾਂ ਲਿਖਾਂਗੇ, ਆਹੀ ਚੀਜ਼ ਇੱਥੇ ਮੈਂ ਲਿਖੀ ਹੋਈ ਆ, ਠੀਕ ਹੈ। ਚਾਹੇ ਲਿਖ ਦਿਓ ਵੀ ਇਹ 1 ਅਤੇ 2 ਦੇ ਵਿਚਾਲੇ, ਠੀਕ ਹੈ, ਬੌਂਡ ਆਰਡਰ ਹੈ ਸਿੰਗਲ ਅਤੇ ਡਬਲ ਦੇ ਵਿਚਾਲੇ, ਠੀਕ ਹੈ, ਲੈਸ ਦੈਨ 1 ਹੈ, ਚਾਹੇ ਕੁਛ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਉਸ ਤਰੀਕੇ ਨਾਲ ਲਿਖ ਦਿਓ। ਹੁਣ ਅੱਗੇ ਆ ਜਾਂਦੀਆਂ ਨੇ ਇਹਦੀਆਂ ਐਪਲੀਕੇਸ਼ਨਸ। ਹਾਈਪਰ ਕੰਜੂਗੇਸ਼ਨ ਇਫੈਕਟ ਹੈ ਜਿਹੜਾ, ਉਹਦੀਆਂ ਜਨਰਲੀ ਦੋ ਐਪਲੀਕੇਸ਼ਨ ਹੀ ਆਪਾਂ ਪੜ੍ਹਦੇ ਹਾਂ। ਪਹਿਲੀ ਜਿਹੜੀ ਐਪਲੀਕੇਸ਼ਨ ਹੈ ਰੈਲੇਟਿਵ ਸਟੇਬਿਲਿਟੀ ਆਫ ਐਲਕੀਨਸ। ਐਲਕੀਨਸ ਹੁੰਦੀਆਂ ਨੇ ਜਿਹੜੀਆਂ, ਉਹਨਾਂ ਦੀ ਆਪਾਂ ਸਟੇਬਿਲਿਟੀ ਦੇਖਣੀ ਆ ਵੀ ਕਿਹੜੀ ਐਲਕੀਨ। ਰੈਲੇਟਿਵ ਦਾ ਕੀ ਮਤਲਬ ਆ ਗਿਆ, ਇੱਕ ਦੇ ਕੰਪੈਰੀਜ਼ਨ 'ਚ ਦੂਸਰੀ, ਠੀਕ ਹੈ, ਇਨ ਰਿਲੇਸ਼ਨ ਟੂ ਅਨਦਰ। ਰੈਲੇਟਿਵ ਦਾ ਮਤਲਬ ਹੁੰਦਾ ਇਨ ਰਿਲੇਸ਼ਨ ਟੂ ਅਨਦਰ, ਠੀਕ ਹੈ, ਮਤਲਬ ਇੱਕ ਨੂੰ ਜਦੋਂ ਆਪਾਂ ਦੇਖਦੇ ਹਾਂ ਦੂਸਰੇ ਦੇ ਕੰਪੈਰੀਟਿਵਲੀ ਤਾਂ ਉਹਦੇ 'ਤੇ ਕੀ ਇਫੈਕਟ ਪੈਂਦਾ ਜਦੋਂ ਆਪਾਂ ਕੰਪੇਅਰ ਕਰਾਂਗੇ ਐਲਕੀਨਸ ਨੂੰ, ਠੀਕ ਹੈ। ਵੈਸੇ ਮੈਂ ਲਿਖਿਆ ਹੋਇਆ ਪੜ੍ਹ ਲਿਓ, ਠੀਕ ਹੈ। ਆਪਾਂ ਚੱਲਦੇ ਹਾਂ ਸਿੰਪਲ ਸਟਰਕਚਰਸ ਵੱਲ। ਤਾਂ ਇੱਥੇ ਮੈਂ 4-5 ਐਗਜ਼ਾਮਪਲਸ ਲਈਆਂ ਨੇ। ਸਭ ਤੋਂ ਪਹਿਲੀ ਜਿਹੜੀ ਐਗਜ਼ਾਮਪਲ ਲਈ ਆ ਪ੍ਰੋਪੀਨ ਦੀ, ਜਿਹੜੀ ਆਪਾਂ ਹੁਣੇ ਕਰਕੇ ਹਟੇ ਹਾਂ, ਠੀਕ ਹੈ। ਤਾਂ ਇਹਦੇ ਵਿੱਚ ਤੁਸੀਂ ਕੀ ਦੇਖਣਾ ਗਾ, ਇਹਦੇ ਵਿੱਚ ਜਿਹੜੀ ਦੇਖਣ ਵਾਲੀ ਚੀਜ਼ ਇਹ, ਇੱਕ ਮਿੰਟ ਪਹਿਲਾਂ, ਸਭ ਤੋਂ ਪਹਿਲਾਂ ਤਾਂ ਇੱਥੇ ਆ ਜਾਂਦੇ ਹਾਂ। ਜਿਹੜਾ ਆਪਾਂ ਸਟਰਕਚਰ ਬਣਾਇਆ ਸੀ, ਠੀਕ ਹੈ, ਇੱਧਰ ਹੀ ਆ ਜਾਓ, ਆਹ ਵਾਲਾ CH3 ਸਿੰਗਲ ਬੌਂਡ CH ਡਬਲ ਬੌਂਡ CH2। ਹੁਣ ਇੱਥੇ ਕੀ ਆ, ਰੈਜ਼ੋਨੈਂਸ ਜਿਹੜੀ ਹੁੰਦੀ ਆ ਇਹ ਹਾਈਪਰ ਕੰਜੂਗੇਸ਼ਨ ਵਾਲੀ ਰੈਜ਼ੋਨੈਂਸ ਹੈ ਜਾਂ ਨੋ ਬੌਂਡ ਰੈਜ਼ੋਨੈਂਸ ਹੈ, ਕਿਹਦੇ ਕਰਕੇ ਆ, ਇਹ ਹਾਈਡਰੋਜਨਾਂ ਕਰਕੇ, ਠੀਕ ਹੈ, ਜਿਹੜੀਆਂ ਡਬਲ ਬੌਂਡ ਦੇ ਨਾਲ ਵਾਲੀ ਕਾਰਬਨ ਦੇ ਹਾਈਡਰੋਜਨਸ ਨੇ। ਹੁਣ ਡਬਲ ਬੌਂਡ ਦੇ ਨਾਲ ਵਾਲੀ ਕਾਰਬਨ ਕਿਹੜੀ ਕਾਰਬਨ ਹੋਊਗੀ, ਅਲਫਾ ਕਾਰਬਨ, ਉਸ ਤੋਂ ਬਾਅਦ ਵਾਲੀ ਬੀਟਾ, ਉਸ ਤੋਂ ਬਾਅਦ ਵਾਲੀ ਗਾਮਾ, ਉਸ ਤੋਂ ਬਾਅਦ ਵਾਲੀ ਡੈਲਟਾ, ਠੀਕ ਹੈ। ਇੱਦਾਂ ਤਾਂ ਡਬਲ ਬੌਂਡ ਦੇ ਨਾਲ ਡਾਇਰੈਕਟਲੀ ਅਟੈਚ ਜਿਹੜੀ ਕਾਰਬਨ ਹੈ ਉਹ ਅਲਫਾ ਕਾਰਬਨ, ਤਾਂ ਉਹਦੇ ਨਾਲ ਜਿਹੜੀਆਂ ਹਾਈਡਰੋਜਨਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਆਪਾਂ ਕੀ ਕਹਾਂਗੇ, ਅਲਫਾ ਹਾਈਡਰੋਜਨਸ, ਠੀਕ ਹੈ। ਤਾਂ ਇਹੀ ਚੀਜ਼ ਇਹਦੇ ਵਿੱਚ ਮੇਨ ਹੈ ਹਾਈਪਰ ਕੰਜੂਗੇਸ਼ਨ ਦੇ ਵਿੱਚ। ਹਾਈਪਰ ਕੰਜੂਗੇਸ਼ਨ ਦੇ ਵਿੱਚ ਕੀ ਆ, ਕੋਈ ਵੀ ਐਲਕੀਨ ਹੈ ਉਹਦੇ ਨਾਲ ਆਪਾਂ ਗਿਣਾਂਗੇ ਵੀ ਕਿੰਨੀਆਂ ਅਲਫਾ ਕਾਰਬਨਸ ਨੇ, ਜਿੰਨੀਆਂ ਉਹਦੇ ਵਿੱਚ ਅਲਫਾ ਕਾਰਬਨਸ ਹੋਣਗੀਆਂ ਉਨੇ ਹੀ ਉਹਦੇ ਨੋ ਬਾਉਂਡ ਰੈਜ਼ੋਨੈਂਸ ਦੇ ਜਾਂ ਫਿਰ ਹਾਈਪਰ ਕੰਜੂਗੇਟਿਵ ਸਟਰਕਚਰਸ ਬਣਨਗੇ। ਅਤੇ ਜਿੰਨੇ ਜ਼ਿਆਦਾ ਹਾਈਪਰ ਕੰਜੂਗੇਟਿਵ ਸਟਰਕਚਰਸ ਬਣਨਗੇ ਉਨੀ ਹੀ ਜ਼ਿਆਦਾ ਸਟੇਬਲ ਹੋਊਗੀ ਉਹ ਐਲਕੀਨ ਹੈ ਜਿਹੜੀ, ਠੀਕ ਹੈ। ਜਿਵੇਂ ਆਪਾਂ ਇੱਥੇ ਐਗਜ਼ਾਮਪਲਸ ਕਰਦੇ ਹਾਂ, ਪ੍ਰੋਪੀਨ ਦੇਖਦੇ ਹਾਂ ਪਹਿਲਾਂ। ਪ੍ਰੋਪੀਨ ਦੇ ਵਿੱਚ ਕੀ ਹੈ, ਇੱਕ ਅਲਫਾ ਹਾਈਡਰੋਜਨ ਹੈ, ਇੱਕ ਅਲਫਾ ਕਾਰਬਨ ਹੈ, ਉਹਦੇ ਨਾਲ 3 ਹਾਈਡਰੋਜਨਾਂ ਨੇ, ਅਤੇ 3
ਅਲਫਾ ਹਾਈਡਰੋਜਨਸ ਹੋ ਗਈਆਂ। ਜਦੋਂ ਆਪਾਂ ਸਟਰਕਚਰਸ ਬਣਾਉਂਦੇ ਹਾਂ, ਆਪਾਂ ਹੁਣੇ ਬਣਾ ਕੇ ਹਟੇ ਹਾਂ 1 2 3, ਤਾਂ 3 ਹੀ ਇਹਦੇ ਸਟਰਕਚਰਸ ਬਣਦੇ ਨੇ। ਜਿੰਨੀਆਂ ਅਲਫਾ ਹਾਈਡਰੋਜਨਾਂ ਨੇ ਉਨੇ ਸਟਰਕਚਰ ਬਣਨਗੇ, ਠੀਕ ਹੈ। 1 ਬਿਊਟੀਨ ਦੇਖਦੇ ਹਾਂ, CH3 CH2 CH ਡਬਲ ਬੌਂਡ CH2, ਪਹਿਲੀ ਕਾਰਬਨ ਦੇ ਉੱਪਰ ਡਬਲ ਬੌਂਡ ਹੈ ਤਾਂ 1 ਬਿਊਟੀਨ, ਠੀਕ ਹੈ। ਹੁਣ ਜਦੋਂ ਇਹਦੇ ਵਿੱਚ ਦੇਖਦੇ ਹਾਂ ਡਬਲ ਬੌਂਡ ਦੇ ਨਾਲ ਇੱਧਰਲੇ ਪਾਸੇ ਕੋਈ ਕਾਰਬਨ ਨਹੀਂ ਹੈਗੀ, ਇੱਧਰਲੇ ਪਾਸੇ ਇੱਕੋ ਹੀ ਕਾਰਬਨ ਆ ਕਾਰਬਨ ਬੀਟਾ ਹੋ ਜਾਂਦੀ ਹੈ। ਤਾਂ ਅਲਫਾ ਕਾਰਬਨ 'ਤੇ ਕਿੰਨੀਆਂ ਹਾਈਡਰੋਜਨਾਂ ਨੇ 2, ਠੀਕ ਹੈ। ਇੱਥੇ ਕਿੰਨੀਆਂ ਸੀ 3, ਤਾਂ ਇੱਥੇ 2 ਨੇ ਤਾਂ 2 ਸਟਰਕਚਰਸ ਬਣਨਗੇ, ਇੱਕ ਆ ਹਾਈਡਰੋਜਨ ਵਾਲਾ ਇੱਕ ਆ ਹਾਈਡਰੋਜਨ ਵਾਲਾ, ਠੀਕ ਹੈ। 2 ਸਟਰਕਚਰਸ ਬਣੇ ਤਾਂ ਕਿਉਂਕਿ 2 ਅਲਫਾ ਹਾਈਡਰੋਜਨਸ ਨੇ। ਨੈਕਸਟ ਜਦੋਂ ਆਪਾਂ ਦੇਖਦੇ ਹਾਂ 2 ਮਿਥਾਈਲ 2 ਬਿਊਟੀਨ, ਇਹਦੇ ਨਾਲ ਸਟਰਕਚਰਸ ਬਣਨਗੇ 9, ਠੀਕ ਹੈ। ਉਹ ਬਣਾ ਕੇ ਤੁਸੀਂ ਦੇਖਣੇ ਆ। ਮੈਂ ਇਨ ਸ਼ਾਰਟ ਗੱਲ ਮੁਕਾ ਰਿਹਾ, ਡਬਲ ਬੌਂਡ ਹੈ ਜਿਹੜਾ ਉਹਦੇ ਨਾਲ ਕਾਰਬਨਾਂ ਗਿਣੋ ਕਿੰਨੀਆਂ ਨੇ। ਇਸ ਕਾਰਬਨ ਦੇ ਨਾਲ ਡਾਇਰੈਕਟਲੀ ਇੱਕ ਕਾਰਬਨ ਅਟੈਚਡ ਹੈ, ਇੱਧਰੋਂ ਇਹ ਅਲਫਾ ਹੋ ਗਈ। ਉਸ ਤੋਂ ਬਾਅਦ ਆਹ ਡਬਲ ਬੌਂਡ ਦੇ ਇੱਧਰਲੀ ਕਾਰਬਨ ਦੇ ਨਾਲ ਇੱਕ ਆਹ ਕਾਰਬਨ ਹੈ ਇੱਕ ਆਹ ਕਾਰਬਨ ਹੈ, ਇੱਧਰ 2 ਕਾਰਬਨਾਂ ਨੇ ਇਹਦੇ ਨਾਲ ਡਾਇਰੈਕਟਲੀ ਅਟੈਚਡ, ਤਾਂ 2 ਕਾਰਬਨਾਂ ਆਹ ਹੋ ਗਈਆਂ, ਇੱਕ ਕਾਰਬਨ ਆਹ ਹੋ ਗਈ, 3 ਕਾਰਬਨਾਂ ਇੱਥੇ ਅਲਫਾ ਨੇ, ਠੀਕ ਹੈ। ਜੇ ਇਸ ਤੋਂ ਅੱਗੇ ਮੰਨ ਲਓ ਇੱਥੇ CH2 ਸਿੰਗਲ ਬੌਂਡ CH3 ਹੁੰਦਾ ਤਾਂ ਇੱਥੇ ਇਸ ਕਾਰਬਨ ਨਾਲ 2 ਹਾਈਡਰੋਜਨਾਂ ਹੋ ਜਾਂਦੀਆਂ, ਅਗਲੀ ਕਾਰਬਨ ਬੀਟਾ ਹੋ ਜਾਂਦੀ, ਠੀਕ ਹੈ। ਪਰ ਇੱਥੇ ਇੱਕੋ ਹੀ ਆ ਤਾਂ ਆਲਫਾ ਟੋਟਲ ਕਿੰਨੀਆਂ 3 ਕਾਰਬਨਾਂ ਹੋ ਗਈਆਂ, ਅਤੇ 3 ਕਾਰਬਨਾਂ ਨਾਲ 3 ਹਾਈਡਰੋਜਨਾਂ ਨੇ, ਤਾਂ ਟੋਟਲ 9 ਹਾਈਡਰੋਜਨਸ ਹੋ ਗਈਆਂ, ਅਲਫਾ ਹਾਈਡਰੋਜਨਸ 9 ਅਲਫਾ ਹਾਈਡਰੋਜਨਸ, ਠੀਕ ਹੈ। ਤਾਂ ਇਹਦੇ 9 ਹਾਈਪਰ ਕੰਜੂਗੇਟਿਵ ਸਟਰਕਚਰਸ ਬਣਨਗੇ, ਠੀਕ ਹੈ। ਇਸੇ ਤਰ੍ਹਾਂ ਹੀ ਜਿਹੜਾ ਅਗਲਾ ਹੈ 2,3 ਡਾਈਮਿਥਾਈਲ 2 ਬਿਊਟੀਨ, ਠੀਕ ਹੈ। ਇਹ ਮੈਂ ਤੁਹਾਡੇ ਵਾਸਤੇ ਛੱਡਿਆ ਵੀ ਇਹਦੇ ਵਿੱਚ ਦੇਖੋ ਕਿੰਨੀਆਂ ਅਲਫਾ ਹਾਈਡਰੋਜਨਾਂ ਨੇ ਅਤੇ ਕਿੰਨੇ ਇਹਦੇ ਹਾਈਪਰ ਕੰਜੂਗੇਟਿਵ ਸਟਰਕਚਰਸ ਬਣਨਗੇ। ਉਸੇ ਤਰ੍ਹਾਂ 2 ਬਿਊਟੀਨ, ਇਹਦੇ ਵਿੱਚ ਕਿੰਨੀਆਂ ਅਲਫਾ ਹਾਈਡਰੋਜਨਾਂ ਨੇ ਅਤੇ ਕਿੰਨੇ ਇਹਦੇ ਹਾਈਪਰ ਕੰਜੂਗੇਟਿਵ ਸਟਰਕਚਰਸ ਬਣਨਗੇ, ਇਹ ਤੁਸੀਂ ਦੇਖਣਾ, ਠੀਕ ਹੈ। ਉਸ ਤੋਂ ਬਾਅਦ ਸਟੇਬਿਲਿਟੀ ਆ ਜਾਂਦੀ ਹੈ ਕਿ ਜਿੰਨੇ ਵੱਧ ਹਾਈਪਰ ਕੰਜੂਗੇਟਿਵ ਸਟਰਕਚਰਸ ਬਣਨਗੇ ਉਨੀ ਵੱਧ ਸਟੇਬਲ ਐਲਕੀਨ ਹੋਊਗੀ, ਜਿੰਨੇ ਘੱਟ ਹੋਣਗੇ ਉਨੀ ਘੱਟ ਸਟੇਬਲ ਐਲਕੀਨ ਹੋਊਗੀ, ਠੀਕ ਹੈ। ਹੁਣ ਆਪਣੇ ਕੋਲ ਸਿਰਫ 2 ਹੀ ਆਪਾਂ 3 ਵੈਸੇ ਤਾਂ ਸੋਲਵ ਕਰ ਲਿਆ ਆਪਾਂ। ਇਹਦੇ ਵਿੱਚ ਕਿੰਨੀਆਂ ਨੇ 3, ਇਹਦੇ ਵਿੱਚ ਕਿੰਨੀਆਂ ਨੇ 2, ਠੀਕ ਹੈ। ਤਾਂ ਮੈਂ ਸਿਰਫ ਆਹ 2 ਹੀ ਲਿਖੇ ਨੇ, ਬਾਕੀ ਤੁਸੀਂ ਜਿਹੜਾ ਆਰਡਰ ਹੈ ਉਹ ਤੁਸੀਂ ਪੂਰਾ ਕਰਨਾ। ਇਹਦੇ ਵਿੱਚ 1 ਬਿਊਟੀਨ ਦੇ ਵਿੱਚ 2 ਅਲਫਾ ਹਾਈਡਰੋਜਨਸ ਹੁੰਦੀਆਂ ਨੇ, ਠੀਕ ਹੈ। 1 ਬਿਊਟੀਨ ਦੇ ਵਿੱਚ 2 ਅਲਫਾ ਹਾਈਡਰੋਜਨਸ ਨੇ, 2 ਹਾਈਪਰ ਕੰਜੂਗੇਟਿਵ ਸਟਰਕਚਰਸ ਬਣੇ ਆ। ਅੱਗੇ ਪ੍ਰੋਪੀਨ ਦੇ ਵਿੱਚ 3 ਅਲਫਾ ਹਾਈਡਰੋਜਨਸ ਨੇ, 3 ਕੰਜੂਗੇਟਿਵ ਸਟਰਕਚਰਸ ਬਣੇ ਨੇ, ਠੀਕ ਹੈ। ਤਾਂ 1 ਬਿਊਟੀਨ ਅਤੇ ਪ੍ਰੋਪੀਨ। ਉਸ ਤੋਂ ਬਾਅਦ ਇਨਕਰੀਜ਼ਿੰਗ ਆਰਡਰ ਤੁਸੀਂ ਲਿਖਣਾ, ਜਦੋਂ ਮੈਂ PDF ਅਪਲੋਡ ਕਰੂੰਗਾ, ਠੀਕ ਹੈ, ਤਾਂ ਉਹਦੇ ਵਿੱਚ ਮੈਂ ਸੋਲਵ ਕਰਕੇ ਦੇਖ ਲੂੰਗਾ। ਜਦੋਂ ਤੁਸੀਂ ਵੀਡੀਓ ਦੇਖੋਗੇ ਤਾਂ ਉਸ ਟਾਈਮ 'ਤੇ ਤੁਸੀਂ ਸੋਲਵ ਕਰਕੇ ਦੇਖਿਓ ਵੀ ਹਾਂ ਕਿੰਨੇ ਇਹਦੇ ਵਿੱਚ ਬਣਦੇ ਨੇ ਅਤੇ ਕਿੰਨੇ ਕਿਹਦੇ ਵਿੱਚ ਬਣਦੇ ਨੇ ਅਤੇ ਆਰਡਰ ਇਹਦਾ ਕੀ ਬਣਦਾ, ਠੀਕ ਹੈ। ਉਸ ਤੋਂ ਬਾਅਦ PDF ਫਾਈਲ ਦੇ ਨਾਲ ਆਪਦਾ ਆਰਡਰ ਜਿਹੜਾ ਉਹ ਕਨਫਰਮ ਕਰ ਲਿਓ। ਨੈਕਸਟ ਜੋ ਇਹਦੀ ਐਪਲੀਕੇਸ਼ਨ ਹੈ ਉਹ ਹੈ ਸਟੇਬਿਲਿਟੀ ਆਫ ਕਾਰਬੋਕੇਟਾਇਨਸ ਔਰ ਫ੍ਰੀ ਰੈਡੀਕਲਸ। ਜਿਹੜੇ ਕਾਰਬੋਕੇਟਾਇਨਸ ਬਣਦੇ ਨੇ ਜਾਂ ਫ੍ਰੀ ਰੈਡੀਕਲਸ ਬਣਦੇ ਨੇ, ਠੀਕ ਹੈ, ਉਹਨਾਂ ਦੀ ਸਟੇਬਿਲਿਟੀ ਉਹ ਆਪਾਂ ਨਾ ਕਾਰਬੋਕੇਟਾਇਨ ਦੇ ਫ੍ਰੀ ਰੈਡੀਕਲ ਅਗਲੇ ਚੈਪਟਰ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਕਰਨੀ ਆ, ਠੀਕ ਹੈ। ਤਾਂ ਉੱਥੇ ਆਪਾਂ ਇਹੀ ਚੀਜ਼ ਡਿਸਕਸ ਕਰ ਲਾਂਗੇ, ਇੱਥੇ ਆਪਾਂ ਇਹਨੂੰ ਸਕਿਪ ਕਰ ਰਹੇ ਹਾਂ। ਤਾਂ ਸੈਕੰਡਰੀ ਜਿਹੜੀ ਐਪਲੀਕੇਸ਼ਨ ਹੈ ਉਹ ਆਪਾਂ ਨੈਕਸਟ ਚੈਪਟਰ ਦੇ ਵਿੱਚ ਕਰਾਂਗੇ। ਇਹੀ ਚੀਜ਼ ਇੰਡਕਟਿਵ ਇਫੈਕਟ ਦੇ ਵਿੱਚ ਆਈ ਸੀ, ਠੀਕ ਹੈ। ਉੱਥੇ ਵੀ ਆਪਾਂ ਲਿਖਿਆ ਸੀ ਵੀ ਕਾਰਬੋਕੇਟਾਇਨ ਦੇ ਜਿਹੜੇ ਫ੍ਰੀ ਰੈਡੀਕਲਸ ਅਤੇ ਕਾਰਬਨ ਆਇਨਸ ਨੇ ਉਹਨਾਂ ਦੇ ਵਿੱਚ ਯੂਜ਼ ਹੁੰਦਾ ਇੰਡਕਟਿਵ ਇਫੈਕਟ, ਉਹਨੂੰ ਆਪਾਂ ਜਦੋਂ ਆਊਗਾ ਉਦੋਂ ਡਿਸਕਸ ਕਰ ਲਾਂਗੇ, ਠੀਕ ਹੈ। ਨੈਕਸਟ ਇਫੈਕਟ ਹੈ ਆਪਣੇ ਕੋਲੇ ਫੀਲਡ ਇਫੈਕਟ, ਠੀਕ ਹੈ। ਜਿਹੜਾ ਅਗਲਾ ਇਫੈਕਟ ਹੈ ਆਪਣੇ ਕੋਲੇ ਉਹ ਹੈ ਫੀਲਡ ਇਫੈਕਟ। ਹੁਣ ਫੀਲਡ ਇਫੈਕਟ ਕੀ ਹੈ? ਜਿਵੇਂ ਹਾਈਪਰ ਕੰਜੂਗੇਸ਼ਨ ਹੈ ਜਿਹੜਾ ਉਹ ਰੈਜ਼ੋਨੈਂਸ ਅਤੇ ਇੰਡਕਟਿਵ ਇਫੈਕਟ ਤੋਂ ਮਿਲ ਕੇ ਬਣਦਾ, ਪਰ ਜ਼ਿਆਦਾਤਰ ਉਹਦੇ ਵਿੱਚ ਰੈਜ਼ੋਨੈਂਸ ਹੁੰਦੀ ਹੈ, ਇਸ ਲਈ ਉਸਨੂੰ ਆਪਾਂ ਨੋ ਬਾਉਂਡ ਰੈਜ਼ੋਨੈਂਸ ਵੀ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਹੀ ਇੰਡਕਟਿਵ ਇਫੈਕਟ ਦਾ ਇੱਕ ਸਪੈਸ਼ਲ ਕੇਸ ਹੈ, ਉਸ ਨੂੰ ਆਪਾਂ ਫੀਲਡ ਇਫੈਕਟ ਕਹਿ ਦਿੰਦੇ ਹਾਂ, ਠੀਕ ਹੈ। ਪਰ ਇਹਨੂੰ ਇੰਡਕਟਿਵ ਇਫੈਕਟ ਦੇ ਪ੍ਰਿੰਸੀਪਲਸ ਦੇ ਅਕੋਰਡਿੰਗ ਇਹਨੂੰ ਆਪਾਂ ਐਕਸਪਲੇਨ ਨਹੀਂ ਕਰ ਸਕਦੇ, ਤਾਂ ਕਰਕੇ ਇੱਕ ਅਲੱਗ ਇਫੈਕਟ ਦੇ ਤੌਰ 'ਤੇ ਇਹਨੂੰ ਆਪਾਂ ਡਿਸਕਸ ਕਰਦੇ ਹਾਂ। ਇਹਦੇ ਵਿੱਚ ਹੋਊਗਾ ਕਿ ਕਈ ਕੇਸਿਸ ਦੇ ਵਿੱਚ ਕੀ ਹੁੰਦਾ ਗਾ, ਜਿਹੜਾ ਇੰਡਕਟਿਵ ਇਫੈਕਟ ਹੈ ਉਹ ਨਾ ਆਪਾਂ ਨੂੰ ਪਤਾ ਇੰਡਕਟਿਵ ਇਫੈਕਟ ਹੈ ਜਿਹੜਾ ਉਹ ਚੇਨ ਦੇ ਵਿੱਚ ਲੱਗਦਾ, ਠੀਕ ਹੈ। ਲੰਬੀ ਜਿਹੜੀ ਕਾਰਬਨ ਚੇਨ ਹੋਊਗੀ ਉਹਦੇ ਵਿੱਚ ਜਦੋਂ ਇੱਕ ਪੋਲਰ ਬੌਂਡ ਹੋਊਗਾ ਤਾਂ ਉਹਦੇ ਇਲੈਕਟ੍ਰੋਨਸ ਇੱਕ ਪਾਸੇ ਨੂੰ ਸ਼ਿਫਟ ਹੋਈ ਜਾਣਗੇ, ਪੋਲਰ ਬੌਂਡ ਵੱਲ ਨੂੰ ਸ਼ਿਫਟ ਹੋ ਜਾਣਗੇ ਉਹਦੇ ਇਲੈਕਟ੍ਰੋਨ, ਠੀਕ ਹੈ। ਪਾਰਸ਼ਲੀ ਸ਼ਿਫਟ ਹੋਣਗੇ ਤਾਂ ਪਾਰਸ਼ਲ ਚਾਰਜਸ ਆ ਜਾਣਗੇ, ਠੀਕ ਹੈ। ਪਰ ਉਸ ਤੋਂ ਬਾਅਦ ਉਹ ਚੇਨ ਦੇ ਵਿੱਚ ਲੱਗਦਾ ਹੈਗਾ। ਜਿਹੜਾ ਫੀਲਡ ਇਫੈਕਟ ਹੈ ਉਹ ਕੀ ਆ, ਉਹ ਚੇਨ ਦੇ ਵਿੱਚ ਨਹੀਂ ਲੱਗਦਾ ਹੈਗਾ, ਉਹ ਫੀਲਡ ਦੇ ਵਿੱਚ ਕਿਸੇ ਇੱਕ ਫੀਲਡ ਦੇ ਕਰਕੇ, ਇਲੈਕਟ੍ਰਿਕ ਫੀਲਡ ਜਦੋਂ ਕਿਸੇ ਚਾਰਜ ਕਰਕੇ ਜਨਰੇਟ ਹੋ ਜਾਂਦਾ। ਜਦੋਂ ਤੁਸੀਂ ਇੱਦਾਂ ਮੰਨੋ ਕਿਸੇ ਮੋਲੀਕਿਊਲ 'ਚ ਮੰਨ ਲਓ ਨੈਗੇਟਿਵ ਚਾਰਜ ਆ ਗਿਆ, ਠੀਕ ਹੈ, ਤਾਂ ਉਹਨੇ ਆਪਦਾ ਆਲਾ ਦੁਆਲਾ ਜਿਹੜਾ ਹੈ ਉਹ ਪੋਜ਼ੀਟਿਵਲੀ ਚਾਰਜ ਅਰੇਂਜ ਕਰ ਲੈਣਾ ਤਾਂ ਕਿ ਨੈਗੇਟਿਵ ਚਾਰਜ ਉਹਦਾ ਸਟੇਬਲ ਹੋ ਜੇ, ਠੀਕ ਹੈ। ਇਹੀ ਚੀਜ਼ ਹੁੰਦੀ ਹੈ ਵੀ ਜੇ ਕਿਸੇ 'ਚ ਆਪਾਂ ਪੋਲੈਰਿਟੀ ਪੜ੍ਹੀ ਸੀਗੀ ਵੀ ਜੇ ਕਿਸੇ ਚੀਜ਼ 'ਚ ਨੈਗੇਟਿਵ ਚਾਰਜ ਆਉਂਦਾ ਤਾਂ ਉਹ ਆਪਦੇ ਆਸੇ ਪਾਸੇ ਪੋਜ਼ੀਟਿਵ ਚਾਰਜ ਅਟਰੈਕਟ ਕਰੂਗਾ, ਨੈਗੇਟਿਵ ਨੂੰ ਰਿਪੈਲ ਕਰੂਗਾ। ਤਾਂ ਨੈਗੇਟਿਵ ਦੇ ਆਸੇ ਪਾਸੇ ਪੋਜ਼ੀਟਿਵ ਇਕੱਠਾ ਹੋ ਜੂ, ਪੋਜ਼ੀਟਿਵ ਦੇ ਆਸੇ ਪਾਸੇ ਨੈਗੇਟਿਵ ਇਕੱਠਾ ਹੋ ਜੂਗਾ, ਠੀਕ ਹੈ। ਤਾਂ ਇਹੀ ਚੀਜ਼ ਹੈ। ਹੁਣ ਜਦੋਂ ਫੀਲਡ ਇਫੈਕਟ ਹੈ ਜਿਹੜਾ
ਉਹਦੇ ਵਿੱਚ ਕੀ ਹੁੰਦਾ, ਜੇ ਕਿਤੇ ਨੈਗੇਟਿਵ ਚਾਰਜ ਆ ਗਿਆ ਕਿਸੇ ਮੋਲੀਕਿਊਲ 'ਚ ਜਾਂ ਪੋਜ਼ੀਟਿਵ ਵੀ ਆ ਗਿਆ ਤਾਂ ਆਪੋਜ਼ਿਟ ਚਾਰਜ ਉਹਨੇ ਕ੍ਰੀਏਟ ਕਰ ਲੈਣਾ, ਠੀਕ ਹੈ। ਤਾਂ ਉੱਥੇ ਕੀ ਬਣ ਜੂਗਾ, ਇੱਕ ਤਰ੍ਹਾਂ ਦਾ ਛੋਟਾ ਜਿਹਾ ਇਲੈਕਟ੍ਰਿਕ ਫੀਲਡ ਬਣ ਜੂਗਾ। ਅਤੇ ਇਲੈਕਟ੍ਰਿਕ ਫੀਲਡ ਜਿਹੜਾ ਉਹ ਬਣਿਆ ਉਹਨੇ ਅੱਗੇ ਦੀ ਅੱਗੇ ਇਸ ਆਪਣੇ ਨੇਬਰਹੁੱਡ ਦੇ ਵਿੱਚ ਇਲੈਕਟ੍ਰਿਕ ਫੀਲਡ ਜਨਰੇਟ ਕਰ ਕਰਕੇ ਦੂਸਰਾ ਜਿਹੜਾ ਮੋਲੀਕਿਊਲ ਦਾ ਦੂਸਰਾ ਸਿਰਾ ਹੋਊਗਾ ਉੱਥੇ ਤੱਕ ਉਹ ਪਹੁੰਚ ਜੂਗਾ, ਚਾਹੇ ਉਹ ਸਪੇਸ ਦੇ ਥਰੂ ਜਾਵੇ, ਠੀਕ ਹੈ। ਏਅਰ ਦੇ ਵਿੱਚ ਜਿਹੜੀਆਂ ਗੈਸਾਂ ਹੁੰਦੀਆਂ ਚਾਹੇ ਉਹਦੇ ਥਰੂ ਜਾਵੇ, ਚਾਹੇ ਉਹ ਜਿਹੜਾ ਹੈ ਸੋਲਵੈਂਟ ਦੇ ਮੋਲੀਕਿਊਲ ਦੇ ਥਰੂ ਜਾਵੇ ਜੇ ਉਹ ਡਿਜ਼ੋਲਵ ਕੀਤਾ ਹੋਇਆ ਹੋਊਗਾ। ਤਾਂ ਦੋ ਹੀ ਤਰੀਕੇ ਦਾ ਜਿਹੜਾ ਫੀਲਡ ਇਫੈਕਟ ਹੈ ਉਹ ਲੱਗਦਾ। ਜਿਵੇਂ ਇਹਦੀ ਆਪਾਂ ਐਗਜ਼ਾਮਪਲ ਇਹਨੂੰ ਸਮਝਣ ਦੇ ਲਈ ਕੀ ਕਰ ਸਕਦੇ ਹਾਂ, ਇਹਦੀ ਵੈਸੇ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਇਹਨੂੰ ਸਮਝਣ ਦੇ ਲਈ ਫਿਰ ਵੀ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਆਪਾਂ ਆਇਓਨਾਈਜੇਸ਼ਨ ਦੇਖਦੇ ਹਾਂ ਡਾਈ ਕਾਰਬੋਕਸਿਲਿਕ ਐਸਿਡਸ ਦੀ, ਇਹੋ ਜਿਹੇ ਮੋਲੀਕਿਊਲਸ ਜਿਨ੍ਹਾਂ ਦੇ ਵਿੱਚ 2 ਕਾਰਬੋਕਸਿਲਿਕ ਗਰੁੱਪਸ ਹੁੰਦੇ ਨੇ, ਠੀਕ ਹੈ। ਕਿਉਂਕਿ 2 ਕਾਰਬੋਕਸਿਲਿਕ ਗਰੁੱਪਸ ਹੁੰਦੇ, ਆਪਾਂ ਪਿਛਲੀ ਵੀਡੀਓ ਦੇ ਵਿੱਚ ਪੜ੍ਹਿਆ ਸੀ ਕਾਰਬੋਕਸਿਲਿਕ ਐਸਿਡ ਨੇ ਜਿਹੜੇ ਉਹ ਐਸਿਡਿਕ ਹੁੰਦੇ ਨੇ, ਪੋਜ਼ੀਟਿਵ ਛੇਤੀ ਲੂਜ਼ ਕਰ ਦਿੰਦੇ ਨੇ, ਠੀਕ ਹੈ। ਜਦੋਂ ਇਹਨੂੰ ਵਾਟਰ ਦੇ ਵਿੱਚ ਡਿਜ਼ੋਲਵ ਕਰਦੇ ਹਾਂ ਤਾਂ ਪਹਿਲਾਂ ਇਹ ਇੱਕ ਹਾਈਡਰੋਜਨ ਲੂਜ਼ ਕਰ ਦਿੰਦਾ, H3O ਪੋਜ਼ੀਟਿਵ ਬਣ ਜਾਂਦਾ ਵਾਟਰ ਦਾ, ਇਹ COO ਨੈਗੇਟਿਵ ਬਣ ਜਾਂਦਾ। ਹੁਣ ਜਿਹੜਾ ਇਹ COO ਨੈਗੇਟਿਵ ਬਣਿਆ ਤਾਂ ਇਹ ਨੈਗੇਟਿਵ ਚਾਰਜ ਕੀ ਹੈ, ਇਹਦੇ ਕੋਲ ਮੰਨ ਲਓ ਇਹ ਸੋਲਵੈਂਟ ਦੇ ਵਿੱਚ ਡਿਜ਼ੋਲਵ ਕੀਤਾ ਹੋਇਆ, ਠੀਕ ਹੈ। ਤਾਂ ਇਹ ਕੀ ਹੈ, COO ਨੈਗੇਟਿਵ ਬਣ ਗਿਆ। ਤਾਂ ਇਹ ਮੰਨ ਲਓ ਸੋਲਵੈਂਟ ਦਾ ਇੱਕ ਮੋਲੀਕਿਊਲ ਇੱਦਾਂ ਦਾ ਸਫੈਰੀਕਲ ਇਹਦੇ ਕੋਲ ਆ ਗਿਆ, ਤਾਂ ਇਹ ਨੈਗੇਟਿਵ ਚਾਰਜ ਨੇ ਕੀ ਕਰਨਾ, ਇਹਦੇ ਵਿੱਚੋਂ ਪੋਜ਼ੀਟਿਵ ਚਾਰਜ ਅਟਰੈਕਟ ਕਰ ਲੈਣਾ, ਠੀਕ ਹੈ। ਇੱਥੇ ਮੰਨ ਲਓ CH2N ਲਿਖਿਆ ਮੈਂ, ਮਤਲਬ N ਦੀ ਵੈਲਿਊ ਕੁਛ ਵੀ ਹੋ ਸਕਦੀ ਹੈ, 1 2 3 4 5 6 ਕੁਛ ਵੀ, ਠੀਕ ਹੈ। ਇੱਕ ਇਹਦੇ ਕੋਲ ਸੋਲਵੈਂਟ ਦਾ ਮੋਲੀਕਿਊਲ ਆ ਗਿਆ ਸਫੈਰੀਕਲ, ਅਤੇ ਇਹਨੇ ਕੀ ਕਰਨਾ, ਇਸ ਨੂੰ ਇੱਦਾਂ ਆਪਦੇ ਵੱਲੀ ਪੋਜ਼ੀਟਿਵ ਚਾਰਜ ਰੱਖ ਲੈਣਾ, ਜਿਹੜਾ ਨੈਗੇਟਿਵ ਚਾਰਜ ਆ ਦੂਸਰੇ ਪਾਸੇ ਚਲਾ ਜਾਊਗਾ। ਤਾਂ ਇਹਦੇ ਵਿੱਚ ਹੋਊਗਾ ਕਿ ਹੁਣ ਜਿਹੜਾ ਅਗਲਾ ਸੋਲਵੈਂਟ ਮੋਲੀਕਿਊਲ ਆ ਇਹ ਉਹਨੂੰ ਪੋਲਰਾਈਜ਼ ਕਰ ਦੂਗਾ, ਪੋਜ਼ੀਟਿਵ ਚਾਰਜ ਇਹਦੇ ਵੱਲੀ ਆ ਜਾਊਗਾ, ਨੈਗੇਟਿਵ ਇੱਧਰ ਚਲਾ ਜਾਊਗਾ, ਠੀਕ ਹੈ। ਅਗਲਾ ਮੋਲੀਕਿਊਲ ਸੇਮ ਉਸੇ ਤਰੀਕੇ ਨਾਲ ਅਗਲਾ ਮੋਲੀਕਿਊਲ ਹੈ ਜਿਹੜਾ ਉਹ ਅਟਰੈਕਟ ਹੋ ਜਾਊਗਾ, ਠੀਕ ਹੈ, ਉਹਨੂੰ ਇਹ ਪੋਲਰਾਈਜ਼ ਕਰ ਦੂਗਾ। ਹੁਣ ਜਦੋਂ ਦੂਸਰਾ COH ਮੋਲੀਕਿਊਲ ਹੈ ਉਹਦੇ ਕੋਲ ਕੀ ਹੈ, ਨੈਗੇਟਿਵ ਚਾਰਜ ਇਕੱਠਾ ਹੋ ਗਿਆ, ਬਾਕੀ ਜਿਹੜੇ ਮੋਲੀਕਿਊਲਸ ਹੋਣਗੇ ਸਾਰੇ, ਠੀਕ ਹੈ, ਸੋਲਵੈਂਟ ਦੇ ਮੋਲੀਕਿਊਲਸ ਉਹ ਸਾਰੇ ਦੇ ਸਾਰੇ ਇਸ ਤਰੀਕੇ ਨਾਲ ਅਰੇਂਜ ਹੋ ਜਾਣਗੇ ਵੀ ਇੱਥੇ ਨੈਗੇਟਿਵ ਚਾਰਜ ਆ ਜੇ, ਠੀਕ ਹੈ। ਤਾਂ ਨੈਗੇਟਿਵ ਚਾਰਜ ਹੈ ਜਿਹੜਾ ਦੂਸਰਾ ਕਾਰਬੋਕਸਿਲਿਕ ਗਰੁੱਪ ਆ ਉਹਦੇ ਚਾਰੇ ਪਾਸੇ ਨੈਗੇਟਿਵ ਚਾਰਜ ਇਕੱਠਾ ਹੋ ਜਾਂਦਾ। ਹੁਣ ਕੀ ਹੁੰਦਾ, ਜਦੋਂ ਦੂਸਰੀ ਰਿਐਕਸ਼ਨ ਆਪਾਂ ਦੇਖਦੇ ਹਾਂ, ਜਦੋਂ ਵਾਟਰ ਦੇ ਵਿੱਚ ਇਹਨੂੰ ਦੁਬਾਰਾ ਡਿਜ਼ੋਲਵ ਕਰਦੇ ਹਾਂ, ਦੂਸਰਾ ਵਾਟਰ ਦਾ ਮੋਲੀਕਿਊਲ ਆਉਂਦਾ ਤਾਂ ਇਹ ਨੈਗੇਟਿਵ ਚਾਰਜ ਅਟੇਨ ਕਰ ਲੈਂਦਾ ਅਤੇ ਵਾਟਰ ਨੂੰ H ਪੋਜ਼ੀਟਿਵ ਆਪਦੀ ਦੇ ਦਿੰਦਾ, ਠੀਕ ਹੈ। ਹੁਣ ਇਹਦੇ ਆਸੇ ਪਾਸੇ ਸਾਰੇ ਕਿਤੇ ਨੈਗੇਟਿਵ ਚਾਰਜ ਪਿਆ, ਜੇ ਇਹਨੇ ਇੱਥੋਂ H ਪੋਜ਼ੀਟਿਵ ਲੂਜ਼ ਕਰਤਾ ਇਹ ਬਣ ਗਿਆ COO ਨੈਗੇਟਿਵ, ਠੀਕ ਹੈ। ਤਾਂ ਆਸੇ ਪਾਸੇ ਤਾਂ ਇਹਦੇ ਪਹਿਲਾਂ ਹੀ ਸਾਰੇ ਕਿਤੇ ਨੈਗੇਟਿਵ ਪਿਆ, ਤਾਂ ਨੈਗੇਟਿਵ ਨੂੰ ਕੀ ਕਰੂਗਾ, ਰਿਪੈਲ, ਤਾਂ ਰਿਪਲਸ਼ਨ ਜਦੋਂ ਹੋਊਗੀ ਉਦੋਂ ਸਟੇਬਿਲਿਟੀ ਕੀ ਆ ਉਹਦੀ ਡਿਕਰੀਜ਼ ਹੋ ਜੂਗੀ, ਤਾਂ ਕਰਕੇ ਇਹ ਜਿਹੜਾ ਹੈ COO ਨੈਗੇਟਿਵ ਨਹੀਂ ਬਣਦਾ, COOH ਹੀ ਰਹਿੰਦਾ, ਠੀਕ ਹੈ। ਅਤੇ ਜੇ ਇਹ ਬਣੂਗਾ ਵੀ ਤਾਂ ਬਹੁਤ ਜ਼ਿਆਦਾ ਫੋਰਸ ਲਾਉਣ 'ਤੇ, ਬਹੁਤ ਜ਼ਿਆਦਾ ਹੀਟ ਸਪਲਾਈ ਕਰਨ 'ਤੇ ਬਣੂਗਾ, ਅਤੇ ਇਹ ਜਿਹੜੀ ਰਿਐਕਸ਼ਨ ਹੈ ਬਹੁਤ ਜ਼ਿਆਦਾ ਹਾਈ ਟੈਂਪਰੇਚਰ 'ਤੇ ਹੋਊਗੀ, ਅਤੇ ਇਹ ਜਿਹੜੀ ਰਿਐਕਸ਼ਨ ਹੈ ਬਹੁਤ ਹੀ ਜ਼ਿਆਦਾ ਸਲੋ ਹੋਊਗੀ, ਠੀਕ ਹੈ। ਅਤੇ ਪਹਿਲੀ ਰਿਐਕਸ਼ਨ ਹੈ ਜਿਹੜੀ ਬਹੁਤ ਜ਼ਿਆਦਾ ਫਾਸਟ ਹੁੰਦੀ ਹੈ ਕਿਉਂਕਿ ਈਜ਼ਲੀ H ਪੋਜ਼ੀਟਿਵ ਦੇ ਦਿੰਦਾ, ਅਤੇ ਜਦੋਂ ਈਜ਼ਲੀ H ਪੋਜ਼ੀਟਿਵ ਦੇ ਦਿੰਦਾ ਤਾਂ ਇਹਦੇ ਕਰਕੇ ਸੋਲਵੈਂਟ ਦੇ ਮੋਲੀਕਿਊਲਸ ਦੇ ਵਿੱਚ ਇੱਕ ਫੀਲਡ ਜਾਂ ਚਾਰਜ ਜਨਰੇਟ ਹੋ ਜਾਂਦਾ ਜਿਹੜਾ ਕਿ ਦੂਸਰੇ ਤੇ ਆਲੇ ਦੁਆਲੇ ਨੈਗੇਟਿਵ ਚਾਰਜ ਜਨਰੇਟ ਕਰ ਦਿੰਦਾ, ਅਤੇ ਇਹਨੂੰ H ਪੋਜ਼ੀਟਿਵ ਲੂਜ਼ ਕਰਨ ਨਹੀਂ ਦਿੰਦਾ, ਇਹਨੂੰ ਮਜਬੂਰ ਕਰ ਦਿੰਦਾ ਵੀ ਤੂੰ COOH ਬਣ ਕੇ ਹੀ ਰਹਿ, ਠੀਕ ਹੈ। ਤਾਂ ਇਹ ਜਿਹੜਾ ਕਿਉਂਕਿ ਇਹ ਇਫੈਕਟ ਹੈ ਜਿਹੜਾ ਇਹ ਚੇਨ ਦੇ ਵਿੱਚ ਦੀ ਨਹੀਂ ਲੱਗਿਆ, ਇਹ ਫੀਲਡ ਵਿੱਚ ਦੀ ਜਾਂ ਫਿਰ ਸਪੇਸ ਵਿੱਚ ਦੀ ਲੱਗਿਆ, ਤਾਂ ਕਰਕੇ ਇਹਨੂੰ ਸਪੇਸ ਇਫੈਕਟ ਜਾਂ ਫਿਰ ਫੀਲਡ ਇਫੈਕਟ ਵੀ ਕਹਿ ਦਿੰਦੇ ਨੇ, ਠੀਕ ਹੈ। ਉਸ ਤੋਂ ਬਾਅਦ ਇਹ ਚੀਜ਼ ਸਾਰੀ ਹੋ ਗਈ ਆਪਣੀ, ਠੀਕ ਹੈ, ਸਪੇਸ ਇਫੈਕਟ ਅਤੇ ਫੀਲਡ ਇਫੈਕਟ। ਹੁਣ ਜੇ ਤਾਂ ਸੋਲਵੈਂਟ ਪ੍ਰੈਜੈਂਟ ਹੈ, ਠੀਕ ਹੈ, ਤਾਂ ਉਹ ਸੋਲਵੈਂਟ ਦੇ ਮੋਲੀਕਿਊਲਸ ਨੂੰ ਪੋਲਰਾਈਜ਼ ਕਰਕੇ, ਠੀਕ ਹੈ, ਉਵੇਂ ਲੱਗੂਗਾ, ਤਾਂ ਉਸ ਨੂੰ ਆਪਾਂ ਕੀ ਕਹਾਂਗੇ, ਸਪੇਸ ਇਫੈਕਟ, ਠੀਕ ਹੈ। ਸਪੇਸ ਇਫੈਕਟ ਇਹਦਾ ਨਾਮ ਤਾਂ ਪਿਆ ਕਿਉਂਕਿ ਸੋਲਵੈਂਟ ਦੇ ਵਿੱਚ ਦੀ ਮੋਲੀਕਿਊਲਸ ਨੂੰ ਪੋਲਰਾਈਜ਼ ਕਰਕੇ ਦੂਸਰੇ ਪਾਰਟ 'ਤੇ ਆ ਜਾਂਦਾ, ਇਹ ਮੋਲੀਕਿਊਲ ਦੇ ਦੂਸਰੇ ਪਾਰਟ 'ਤੇ ਆ ਜਾਂਦਾ, ਠੀਕ ਹੈ, ਇਹ ਕਿਸੇ ਵੀ ਕੰਪਾਊਂਡ 'ਤੇ। ਤਾਂ ਦੂਸਰਾ ਨਾਮ ਇਹਦਾ ਫੀਲਡ ਇਫੈਕਟ ਕਿਉਂ ਪਿਆ, ਕਿਉਂਕਿ ਜਦੋਂ ਇੱਥੇ ਨੈਗੇਟਿਵ ਚਾਰਜ ਸੀਗਾ, ਠੀਕ ਹੈ, ਆਹ ਜਿਹੜਾ ਨੈਗੇਟਿਵ ਚਾਰਜ ਹੈ ਇਹਨੇ ਪੋਜ਼ੀਟਿਵ ਕਰਤਾ, ਪੋਜ਼ੀਟਿਵ ਅਤੇ ਨੈਗੇਟਿਵ ਦਾ ਜਦੋਂ 2 ਚਾਰਜਸ ਹੋ ਗਏ ਤਾਂ ਉੱਥੇ ਕੀ ਜਨਰੇਟ ਹੋ ਗਿਆ, ਇਲੈਕਟ੍ਰਿਕ ਫੀਲਡ, ਉਹਨੇ ਅਗਲੇ ਮੋਲੀਕਿਊਲ 'ਚ ਫਿਰ ਪੋਜ਼ੀਟਿਵ ਨੈਗੇਟਿਵ ਬਣਾਤੇ, ਉਹਨੇ ਅਗਲੇ 'ਚ ਬਣਾਤੇ ਪੋਜ਼ੀਟਿਵ ਨੈਗੇਟਿਵ, ਤਾਂ ਇਹਨਾਂ ਪੋਜ਼ੀਟਿਵ ਨੈਗੇਟਿਵਸ ਨਾਲ ਪੂਰੇ ਦਾ ਪੂਰਾ ਇੱਕ ਸਟਰੋਂਗ ਇਲੈਕਟ੍ਰਿਕ ਫੀਲਡ ਜਨਰੇਟ ਹੋ ਜਾਂਦਾ, ਤਾਂ ਕਰਕੇ ਇਸ ਨੂੰ ਆਪਾਂ ਕੀ ਕਹਿੰਦੇ ਹਾਂ, ਫੀਲਡ ਇਫੈਕਟ ਅਤੇ ਸਪੇਸ ਇਫੈਕਟ, ਠੀਕ ਹੈ। ਦੋ ਇਹਦੇ ਨਾਮ ਪਏ ਨੇ, ਦੋਹੇ ਨਾਮ ਇਸ ਤਰੀਕੇ ਨਾਲ ਇਹਦੇ ਜਿਹੜੇ ਨੇ ਉਹ ਪਏ ਨੇ। ਨੈਕਸਟ ਹੈ ਆਪਣੇ ਕੋਲ ਇਲੈਕਟ੍ਰੋਮੈਰਿਕ ਇਫੈਕਟ। ਜਿਹੜਾ ਇਲੈਕਟ੍ਰੋਮੈਰਿਕ ਇਫੈਕਟ ਹੈ ਉਹ ਕੀ ਹੈ ਆਪਣੇ ਕੋਲ, ਇੱਕ ਇਹ ਟੈਂਪਰਰੀ ਇਫੈਕਟ ਹੈ, ਠੀਕ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਹੈ, ਦਿਸ ਇਜ਼ ਅ ਟੈਂਪਰਰੀ ਇਫੈਕਟ, ਠੀਕ ਹੈ, ਇਟ ਇਜ਼ ਅ ਟੈਂਪਰਰੀ ਇਫੈਕਟ। ਟੈਂਪਰਰੀ ਦਾ ਮਤਲਬ ਕੀ ਹੈ, ਇਹਦੇ ਵਿੱਚ ਹੁੰਦਾ ਕੀ ਆ ਅਸਲ 'ਚ, ਇਹ ਜਿਹੜਾ ਹੈ ਇਹ ਉਦੋਂ ਸ਼ੋ ਹੁੰਦਾ ਗਾ ਕਿਸੇ ਵੀ ਮੋਲੀਕਿਊਲ ਦੇ ਵਿੱਚ, ਉਦੋਂ ਇਹ ਜਿੱਦਾਂ ਕਹਿ ਲਓ ਵੀ ਸ਼ੋ ਹੁੰਦਾ ਜਾਂ ਐਗਜ਼ਿਸਟ ਕਰਦਾ ਗਾ ਜਦੋਂ
डबल ਜਾਂ ट्रिपल बॉन्ड ਦੇ ਉੱਪਰ ਕੋਈ ਅਟੈਕਿੰਗ ਰੀਐਜੈਂਟ ਅਟੈਕ ਕਰਦਾ, ਠੀਕ ਹੈ। ਇਹ ਚੀਜ਼ ਹੈ, ਸਿਰਫ ਉਦੋਂ ਹੀ ਜਦੋਂ ਅਟੈਕਿੰਗ ਰੀਐਜੈਂਟ ਅਟੈਕ ਕਰੂਗਾ, ਸਿਰਫ ਉਦੋਂ ਹੀ ਇਲੈਕਟ੍ਰੋਮੈਰਿਕ ਇਫੈਕਟ ਦੇਖਣ ਨੂੰ ਮਿਲੂਗਾ। ਜਦੋਂ ਆਪਾਂ ਅਟੈਕਿੰਗ ਰੀਐਜੈਂਟ ਵਾਪਸ ਕੱਢ ਲੈਣੇ ਰਿਐਕਸ਼ਨ 'ਚੋਂ ਤਾਂ ਫਿਰ ਇਲੈਕਟ੍ਰੋਮੈਰਿਕ ਇਫੈਕਟ ਹੈ ਜਿਹੜਾ ਉਹ ਖਤਮ ਹੋ ਜਾਂਦਾ। ਤਾਂ ਇਹ ਅਟੈਕਿੰਗ ਰੀਐਜੈਂਟ 'ਤੇ ਡਿਪੈਂਡ ਕਰਦਾ, ਇਸ ਲਈ ਇਹ ਟੈਂਪਰੇਰੀ ਇਫੈਕਟ ਹੈ, ਠੀਕ ਹੈ। ਅਟੈਕਿੰਗ ਰੀਐਜੈਂਟ ਪਾਵਾਂਗੇ ਤਾਂ ਇਫੈਕਟ ਆਊਗਾ, ਜੇ ਕੱਢ ਦਾਂਗੇ ਤਾਂ ਇਫੈਕਟ ਖਤਮ ਹੋ ਜਾਊਗਾ, ਠੀਕ ਹੈ। ਪਰਮਾਨੈਂਟ ਨਹੀਂ ਹੁੰਦਾ, ਮਤਲਬ ਕੀ ਹੈ, ਇਹ ਕਿਸੇ ਮੋਲੀਕਿਊਲ ਦੀ ਆਪਦੀ ਪ੍ਰੋਪਰਟੀ ਨਹੀਂ ਹੈਗੀ, ਕਿਸੇ ਬਾਹਰਲੇ ਮੋਲੀਕਿਊਲ ਦੇ ਆਉਣ 'ਤੇ ਮੋਲੀਕਿਊਲ ਆਪਣੇ ਆਪ ਨੂੰ ਕਿਸ ਤਰ੍ਹਾਂ ਰੀਅਰੇਂਜ ਕਰਦਾ, ਉਸ ਇਫੈਕਟ ਨੂੰ ਇਲੈਕਟ੍ਰੋਮੈਰਿਕ ਇਫੈਕਟ ਆਪਾਂ ਕਹਿ ਦਿੰਦੇ ਹਾਂ ਸਿੰਪਲ ਪੰਜਾਬੀ ਦੇ ਵਿੱਚ, ਠੀਕ ਹੈ। ਹੁਣ ਇਹਦੀ ਡੈਫੀਨੇਸ਼ਨ ਕੀ ਹੈ, ਤਾਂ ਇੰਸਟੈਂਟੇਨੀਅਸ ਮਤਲਬ ਇੱਕਦਮ, ਐਂਡ ਕੰਪਲੀਟ ਟਰਾਂਸਫਰ, ਪੂਰੇ ਦਾ ਪੂਰਾ ਟਰਾਂਸਫਰ ਆਫ ਸ਼ੇਅਰਡ ਪੇਅਰ ਆਫ ਇਲੈਕਟ੍ਰੋਨਸ ਆਫ ਦਾ ਮਲਟੀਪਲ ਬੌਂਡ ਮਤਲਬ ਡਬਲ ਜਾਂ ਟ੍ਰਿਪਲ ਬੌਂਡ ਦੇ ਜਿਹੜੇ ਇਲੈਕਟ੍ਰੋਨਸ ਨੇ ਉਹ ਕੰਪਲੀਟਲੀ ਇੱਕ ਵਨ ਆਫ ਦਾ ਬੌਂਡਡ ਐਟਮਸ, ਜਿਵੇਂ ਦੋ ਆਪਣੇ ਕੋਲ ਐਟਮਸ ਸੀਗੇ, ਮੰਨ ਲਓ A ਅਤੇ B ਸੀਗੇ, A ਡਬਲ ਬੌਂਡ B ਸੀਗਾ, ਠੀਕ ਹੈ। ਤਾਂ ਇਹਦੇ ਵਿੱਚ ਹੁੰਦਾ ਕੀ ਆ ਜਿਹੜਾ ਡਬਲ ਬੌਂਡ ਹੈ ਜਾਂ ਟ੍ਰਿਪਲ ਬੌਂਡ ਹੈ ਇਹ ਕੰਪਲੀਟਲੀ B ਕੋਲੇ ਚਲਾ ਜਾਊਗਾ, ਠੀਕ ਹੈ, ਜਾਂ ਫਿਰ ਇਹ ਕੰਪਲੀਟਲੀ ਜਿਹੜਾ ਹੈ ਉਹ A ਕੋਲੇ ਚਲਾ ਜਾਊਗਾ, ਮਤਲਬ ਕੰਪਲੀਟਲੀ ਟਰਾਂਸਫਰ ਹੋ ਜਾਊਗਾ। ਦੋਨੇ ਇਲੈਕਟ੍ਰੋਨ ਜਾਂ A ਕੋਲੇ ਜਾਂ ਫਿਰ ਦੋਨੇ ਇਲੈਕਟ੍ਰੋਨ B ਕੋਲੇ ਚਲੇ ਜਾਣਗੇ, ਠੀਕ ਹੈ। ਇਸੇ ਇਫੈਕਟ ਨੂੰ ਆਪਾਂ ਕੀ ਕਹਿੰਦੇ ਹਾਂ, ਇਲੈਕਟ੍ਰੋਮੈਰਿਕ ਇਫੈਕਟ। ਕਦੋਂ ਇਹ ਕਦੋਂ ਚਲਿਆ ਜਾਂਦਾ, ਜਦੋਂ ਡਿਊ ਟੂ ਦ ਰਿਕੁਆਇਰਮੈਂਟ ਆਫ ਅਟੈਕਿੰਗ ਰੀਐਜੈਂਟ, ਜਦੋਂ ਕੋਈ ਰੀਐਜੈਂਟ ਅਟੈਕ ਕਰਦਾ ਗਾ, ਠੀਕ ਹੈ, ਉਹਦੀ ਕੀ ਰਿਕੁਆਇਰਮੈਂਟ ਹੁੰਦੀ ਹੈ। ਜੇ ਉਹਨੂੰ ਪੋਜ਼ੀਟਿਵ ਚਾਰਜ ਚਾਹੀਦਾ ਹੁੰਦਾ ਤਾਂ ਉਹ ਜਿਹੜਾ ਹੈ ਇਲੈਕਟ੍ਰੋਨਸ ਹੈਗੇ ਨੇ ਜਿਹੜੇ ਉਹ ਉਹਦੇ ਵੱਲੀ ਨੂੰ ਜਾਣਗੇ, ਜੇ ਉਹਨੂੰ ਨੈਗੇਟਿਵ ਚਾਰਜ ਚਾਹੀਦਾ ਤਾਂ ਉਹ ਤੋਂ ਦੂਰ ਜਾਣਗੇ, ਠੀਕ ਹੈ, ਕਿਉਂਕਿ ਨੈਗੇਟਿਵ ਨੂੰ ਰਿਪੈਲ ਕਰੂਗਾ, ਨੈਗੇਟਿਵ ਪੋਜ਼ੀਟਿਵ ਨੂੰ ਅਟਰੈਕਟ ਕਰੂਗਾ, ਠੀਕ ਹੈ। ਤਾਂ ਇਹ ਚੀਜ਼ ਹੁੰਦੀ ਆ, ਤਾਂ ਇਸ ਇਫੈਕਟ ਨੂੰ ਆਪਾਂ E ਇਫੈਕਟ ਵੀ ਕਹਿ ਦਿੰਦੇ ਹਾਂ, ਠੀਕ ਹੈ। ਅਤੇ ਇਲੈਕਟ੍ਰੋਨਸ ਦਾ ਟਰਾਂਸਫਰ ਹੈ ਜਿਹੜਾ ਉਹ ਆਪਾਂ ਕਰਵਡ ਐਰੋਜ਼ ਨਾਲ ਡੋਨੇਟ ਕਰਦੇ, ਜਿਵੇਂ Cl ਨੈਗੇਟਿਵ ਦਾ ਅਟੈਕ ਹੋਇਆ ਸੀ C ਡਬਲ ਬੌਂਡ 'ਤੇ, ਠੀਕ ਹੈ। ਤਾਂ Cl ਨੈਗੇਟਿਵ ਦੇ ਉੱਪਰ ਕਿਉਂਕਿ ਨੈਗੇਟਿਵ ਚਾਰਜ ਹੈ, ਤਾਂ ਇਹ ਜਦੋਂ ਕਾਰਬਨ 'ਤੇ ਅਟੈਕ ਕਰੂਗਾ ਤਾਂ ਨੈਗੇਟਿਵ ਚਾਰਜ ਆਇਆ, ਤਾਂ ਇਲੈਕਟ੍ਰੋਨਸ 'ਤੇ ਕੀ ਹੁੰਦਾ ਨੈਗੇਟਿਵ ਚਾਰਜ, ਤਾਂ ਉਹ ਇਲੈਕਟ੍ਰੋਨਸ ਤੋਂ ਦੂਰ ਜਾਣਗੇ, ਦੂਸਰੀ ਕਾਰਬਨ 'ਤੇ ਚਲੇ ਜਾਣਗੇ। Cl ਨੈਗੇਟਿਵ ਜਿਸ ਕਾਰਬਨ 'ਤੇ ਜਾਊਗਾ ਇਲੈਕਟ੍ਰੋਨਸ ਬੌਂਡ ਦੇ ਦੂਸਰੀ ਕਾਰਬਨ 'ਤੇ ਚਲੇ ਜਾਣਗੇ, ਜਾਂ ਇੱਦਾਂ ਕਹਿ ਲਓ Cl ਨੇ ਜਦੋਂ ਇਹਦੇ ਨਾਲ ਬੌਂਡ ਬਣਾ ਲਿਆ ਤਾਂ 1 2 3 4 5 ਬੌਂਡ ਹੋ ਗਏ ਕਾਰਬਨ ਦੇ, ਤਾਂ ਇਹ ਡਬਲ ਬੌਂਡ ਵਾਲਾ ਬੌਂਡ ਤੋੜ ਦੂਗਾ, ਕਾਰਬਨ ਆਪਣੇ 4 ਬੌਂਡ ਰੱਖ ਲੂ, ਇਸ ਕਾਰਬਨ 'ਤੇ ਨੈਗੇਟਿਵ ਚਾਰਜ ਆ ਜਾਊਗਾ, ਠੀਕ ਹੈ। ਇਹ ਚੀਜ਼ ਹੁੰਦੀ ਆ। ਹੁਣ ਉਸ ਤੋਂ ਬਾਅਦ ਦੋ ਤਰ੍ਹਾਂ ਦਾ ਇਲੈਕਟ੍ਰੋਮੈਰਿਕ ਇਫੈਕਟ ਹੁੰਦਾ ਗਾ। ਇਲੈਕਟ੍ਰੋਮੈਰਿਕ ਇਫੈਕਟ ਦੀਆਂ ਦੋ ਟਾਈਪਸ ਦਾ ਹੁੰਦਾ ਇਹ, ਜਿਹੜੀ ਪਹਿਲੀ ਟਾਈਪ ਹੈ +E, ਦੂਸਰੀ ਟਾਈਪ ਹੈ ਜਿਹੜੀ ਉਹ -E। ਹੁਣ +E ਇਫੈਕਟ ਹੈ ਜਿਹੜਾ ਇਲੈਕਟ੍ਰੋਮੈਰਿਕ ਇਫੈਕਟ ਉਹ ਕਦੋਂ ਸ਼ੋ ਕਰੂਗਾ, ਜਦੋਂ ਪਾਈ ਇਲੈਕਟ੍ਰੋਨ। ਹੁਣ ਇਹਦੇ ਵਿੱਚ ਦੇਖੋ ਧਿਆਨ ਨਾਲ, ਕਿਉਂਕਿ ਆਪਾਂ ਦੋ ਐਰੋ ਬਣਾ ਰਹੇ ਹਾਂ। ਪਹਿਲਾ ਐਰੋ ਹੈ ਜਿਹੜਾ ਉਹ ਇਨਕਮਿੰਗ ਆਫ ਅਟੈਕਿੰਗ ਰੀਐਜੈਂਟ ਬਾਰੇ ਦੱਸ ਰਿਹਾ, ਦੂਸਰਾ ਐਰੋ ਜਿਹੜਾ ਆਹ ਵਾਲਾ ਹੈ ਇਹ ਕਾਹਦੇ ਬਾਰੇ ਦੱਸ ਰਿਹਾ ਵੀ ਮੋਸ਼ਨ ਆਫ ਪਾਈ ਇਲੈਕਟ੍ਰੋਨਸ ਕਿੱਧਰ ਨੂੰ ਜਾ ਰਹੇ ਨੇ, ਠੀਕ ਹੈ। ਤਾਂ ਇਹ ਦੋ ਹੀ ਚੀਜ਼ਾਂ 'ਤੇ ਹੀ ਇਲੈਕਟ੍ਰੋਮੈਰਿਕ ਇਫੈਕਟ ਹੈ ਜਿਹੜਾ ਉਹ ਡਿਪੈਂਡ ਕਰਦਾ। ਜੇ ਤਾਂ ਦੋਨੇ ਚੀਜ਼ਾਂ ਸੇਮ ਇੱਕੋ ਹੀ ਆਈਟਮ ਵੱਲ ਜਾਂਦੀਆਂ ਨੇ ਫਿਰ ਤਾਂ ਪਲੱਸ ਦਾ ਸਾਈਨ ਆਊਗਾ, ਜੇ ਦੋਨੇ ਚੀਜ਼ਾਂ ਡਿਫਰੈਂਟ ਆਈਟਮਸ ਵੱਲ ਜਾਂਦੀਆਂ ਨੇ ਤਾਂ ਮਾਈਨਸ ਦਾ ਸਾਈਨ ਆਊਗਾ। ਜਿਵੇਂ ਇਹਦੀ ਡੈਫੀਨੇਸ਼ਨ ਦੇ ਵਿੱਚ ਲਿਖਿਆ, ਜਦੋਂ ਪਾਈ ਇਲੈਕਟ੍ਰੋਨਸ ਆਫ ਡਬਲ ਬੌਂਡ ਐਂਡ ਇਨਕਮਿੰਗ ਰੀਐਜੈਂਟ ਅਟੈਚਸ ਟੂ ਸੇਮ ਐਟਮ ਆਫ ਦਾ ਡਬਲ ਬੌਂਡ, ਠੀਕ ਹੈ। ਇਨਕਮਿੰਗ ਰੀਐਜੈਂਟ ਹੈ ਜਿਹੜਾ ਉਹ ਜਿਸ ਐਟਮ ਕੋਲੇ ਜਾਂਦਾ, H ਪੋਜ਼ੀਟਿਵ ਹੈ, ਇਹ ਜਿਸ ਕਾਰਬਨ ਕੋਲੇ ਗਿਆ ਡਬਲ ਬੌਂਡ ਵੀ ਉਸੇ ਕਾਰਬਨ ਕੋਲੇ ਆ ਗਿਆ, ਠੀਕ ਹੈ। ਆ ਵੀ ਇਸ ਕਾਰਬਨ ਕੋਲੇ, H ਪੋਜ਼ੀਟਿਵ ਵੀ ਇਸ ਕਾਰਬਨ ਕੋਲੇ, ਜਦੋਂ ਸੇਮ ਐਟਮ ਕੋਲੇ ਡਬਲ ਬੌਂਡ ਵਾਲੇ ਸੇਮ ਐਟਮ ਕੋਲੇ ਦੋਨੇ ਚੀਜ਼ਾਂ ਚਲੀਆਂ ਜਾਂਦੀਆਂ ਨੇ ਤਾਂ ਉਸਨੂੰ ਆਪਾਂ ਕੀ ਕਹਿੰਦੇ ਹਾਂ, +E ਇਫੈਕਟ, ਠੀਕ ਹੈ। ਜਦੋਂ ਪਾਈ ਇਲੈਕਟ੍ਰੋਨਸ ਨੇ ਜਿਹੜੇ ਉਹ ਇੱਕ ਕਾਰਬਨ ਕੋਲੇ ਜਾਂਦੇ ਆ, ਠੀਕ ਹੈ, ਅਤੇ ਅਟੈਕਿੰਗ ਰੀਐਜੈਂਟ ਦੂਸਰੀ ਕਾਰਬਨ ਕੋਲੇ ਚਲਿਆ ਜਾਂਦਾ ਤਾਂ ਉਸਨੂੰ ਕੀ ਕਹਿੰਦੇ ਆਪਾਂ, -E ਇਫੈਕਟ। ਮਤਲਬ ਜਿਸ ਥਾਂ 'ਤੇ Cn ਗਿਆ, Cn ਨੈਗੇਟਿਵ ਜਿਸ ਕਾਰਬਨ ਕੋਲੇ ਗਿਆ ਉਸ ਤੋਂ ਆਪੋਜ਼ਿਟ ਦੂਸਰੀ ਕਾਰਬਨ ਦੇ ਕੋਲੇ ਇਲੈਕਟ੍ਰੋਨ ਪੇਅਰ ਜਿਹੜਾ ਉਹ ਬੌਂਡ ਦਾ ਉਹ ਚਲਿਆ ਗਿਆ, ਠੀਕ ਹੈ। ਮਤਲਬ ਜਿਸ ਇਸ ਕਾਰਬਨ ਕੋਲੇ ਗਿਆ ਦੂਸਰੀ ਕਾਰਬਨ ਕੋਲੇ ਚਲਾ ਗਿਆ ਤਾਂ ਇਹ ਕੀ ਹੋਊਗਾ, -E ਇਫੈਕਟ, ਠੀਕ ਹੈ। ਅਤੇ ਇਹਨੂੰ ਯਾਦ ਕਰਨ ਦੇ ਲਈ ਹੁਣ ਇਹਨੂੰ ਡੈਫੀਨੇਸ਼ਨ ਇਹਦੀ ਐਜ਼ ਇਟ ਇਜ਼ ਤੁਹਾਨੂੰ ਯਾਦ ਕਰਨੀ ਪਊਗੀ, ਠੀਕ ਹੈ। ਪਰ ਉੱਦਾਂ ਯਾਦ ਰੱਖਣ ਦੇ ਲਈ ਤੁਸੀਂ ਇਹ ਕਰ ਸਕਦੇ ਹੋ ਵੀ ਜੇ ਕੋਈ ਪੋਜ਼ੀਟਿਵ ਚੀਜ਼ ਐਡ ਹੁੰਦੀ ਹੈ ਤਾਂ ਕਾਰਬਨ 'ਤੇ ਪੋਜ਼ੀਟਿਵ ਚਾਰਜ ਆਊਗਾ ਤਾਂ ਉਸਨੂੰ +E ਇਫੈਕਟ ਕਹਾਂਗੇ, ਠੀਕ ਹੈ। ਜੇ ਕੋਈ ਨੈਗੇਟਿਵ ਚੀਜ਼ ਆ ਕੇ ਐਡ ਹੁੰਦੀ ਹੈ ਤਾਂ ਕਾਰਬਨ 'ਤੇ ਨੈਗੇਟਿਵ ਚਾਰਜ ਆਊਗਾ, ਉਹਨੂੰ ਆਪਾਂ -E ਇਫੈਕਟ ਕਹਾਂਗੇ। ਪਲੱਸ ਆ ਤਾਂ ਪਲੱਸ, ਜੇ ਮਾਈਨਸ ਆ ਤਾਂ ਮਾਈਨਸ। ਮਤਲਬ ਇਨਕਮਿੰਗ ਰੀਐਜੈਂਟ ਯਾਦ ਕਰ ਲਓ, ਜੇ ਉਹ ਪੋਜ਼ੀਟਿਵ ਚਾਰਜ ਹੈ ਉੱਤੇ ਤਾਂ ਉਹ ਪਲੱਸ ਇਫੈਕਟ ਸ਼ੋ ਕਰੂਗਾ, ਜੇ ਨੈਗੇਟਿਵ ਚਾਰਜ ਹੈ ਤਾਂ ਮਾਈਨਸ ਇਫੈਕਟ ਸ਼ੋ ਕਰੂਗਾ। ਬਸ ਇੰਨੀ ਕੁ ਗੱਲ ਹੈ, ਠੀਕ ਹੈ। ਇਸ ਤੋਂ ਬਾਅਦ ਤੁਸੀਂ ਕੁਛ ਯਾਦ ਨਹੀਂ ਕਰਨਾ। ਨੈਕਸਟ ਹੈ ਜਿਹੜਾ ਉਹ ਹੈ ਆਪਣੇ ਕੋਲੇ
डिफरेंस बिटवीन रेजोनेंस एंड इंडक्टिव इफैक्ट तो डिफरेंस बिटवीन इलैक्ट्रोमैरिक एंड इंडक्टिव इफैक्ट। ठीक है, ये दो डिफरेंस अपने जोड़े है ये आपां नूं करने पैणगे तो ये कई बार पेपर के आ भी जाते। ठीक है, पहला हरेक साल मतलब एक साल छड्ड के पेपर के आते सी, पिछले साल मैनूं लगदा नहीं आए तो इस साल आउण दे चांसिस इन्हां दे हैगे आ। ठीक है, तो इस चीज़ का ध्यान रखियो। ਹੁਣ ਰੈਜ਼ੋਨੈਂਸ ਇਫੈਕਟ ਅਤੇ ਇੰਡਕਟਿਵ ਇਫੈਕਟ ਦੇ ਵਿੱਚ ਕੀ ਡਿਫਰੈਂਸ ਹੁੰਦਾ ਅਤੇ ਕੀ ਇਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਕੰਪੇਅਰ ਕਰ ਸਕਦੇ ਹਾਂ। ਰੈਜ਼ੋਨੈਂਸ ਇਫੈਕਟ ਹੈ ਜਿਹੜਾ ਆਪਾਂ ਨੂੰ ਪਤਾ ਅਨਸੈਚੂਰੇਟਡ ਕੰਪਾਊਂਡਸ ਦੇ ਵਿੱਚ ਹੁੰਦਾ, ਜਿਨ੍ਹਾਂ ਦੇ ਵਿੱਚ ਡਬਲ ਜਾਂ ਟ੍ਰਿਪਲ ਬੌਂਡ ਹੁੰਦੇ ਆ। ਠੀਕ ਹੈ, ਕਿਉਂਕਿ ਡਬਲ ਜਾਂ ਟ੍ਰਿਪਲ ਬੌਂਡ ਵਾਲੇ ਇਲੈਕਟ੍ਰੋਨ ਹੀ ਟਰਾਂਸਫਰ ਹੋ ਜਾਂਦੇ ਆ ਇੱਕ ਪੋਜੀਸ਼ਨ ਤੋਂ ਦੂਸਰੀ ਪੋਜੀਸ਼ਨ 'ਤੇ। ਇੰਡਕਟਿਵ ਇਫੈਕਟ ਹੈ ਜਿਹੜਾ ਉਹਦੇ ਵਿੱਚ ਕੀ ਹੁੰਦਾ, ਸੈਚੂਰੇਟਡ ਕੰਪਾਊਂਡਸ ਦੇ ਵਿੱਚ ਹੁੰਦਾ ਇਹ। ਡਬਲ ਜਾਂ ਟ੍ਰਿਪਲ ਬੌਂਡ ਵਾਲਿਆਂ ਦੇ ਵਿੱਚ ਵੀ ਇਹਦੀ ਜਿਹੜੀ ਪ੍ਰੈਜ਼ੈਂਸ ਆ ਉਹ ਥੋੜ੍ਹੀ ਬਹੁਤੀ ਹੁੰਦੀ ਆ। ਠੀਕ ਹੈ, पर जिथे डबल ट्रिपल आ जाता उत्थे ज़्यादातर रेजोनेंस लगता तो इंडक्टिव नूं उत्थे आपां इग्नोर कर दिंदे हां। ठीक है, तो उत्थे इंडक्टिव है जिहड़ा ओह ज़्यादातर उहदी कंट्रीब्यूशन सैचूरेटेड कंपाउंड्स दे विच हुंदी है, जिन्हां च सिंगल बॉन्ड हुंदे आ। रेजोनेंस दी डबल ट्रिपल च हुंदी है। उस तो बाद रेजोनेंस इफैक्ट है जिहड़ा पाई ते नॉन बॉन्डिंग इलैक्ट्रॉन्स। नॉन बॉन्डिंग किहड़े हुंदे, लोन पेयर वाले। लोन पेयर इलैक्ट्रॉन्स ते पाई बॉन्ड्स वाले इलैक्ट्रॉन्स इहदे विच ਜਿਹੜੇ ਨੇ ਉਹ ਟਰਾਂਸਫਰ ਹੁੰਦੇ ਆ। ठीक है, इंडक्टिव इफैक्ट ਦੇ ਵਿੱਚ ਸਿਰਫ सिग्मा इलैक्ट्रॉन्स ट्रांसफर ਹੁੰਦੇ ਨੇ। ਉਸ ਤੋਂ ਬਾਅਦ ਰੈਜ਼ੋਨੈਂਸ ਦੇ ਵਿੱਚ ਕੰਪਲੀਟ ਟਰਾਂਸਫਰ ਹੋ ਜਾਂਦਾ ਇਲੈਕਟ੍ਰੋਨ ਪੇਅਰ ਦਾ, ਮਤਲਬ ਦੋ ਕਾਰਬਨਾਂ ਦੇ ਵਿਚਾਲੇ ਜੇ ਡਬਲ ਬੌਂਡ ਹੈ ਤਾਂ ਉਹ ਡਬਲ ਬੌਂਡ ਹੈ ਜਿਹੜਾ ਦੂਸਰੀ ਕਾਰਬਨ ਅਤੇ ਤੀਸਰੀ ਕਾਰਬਨ ਦੇ ਵਿਚਾਲੇ ਚਲਿਆ ਜਾਊਗਾ। ਠੀਕ ਹੈ, ਪਹਿਲੀ ਦੂਸਰੀ ਤੋਂ ਦੂਸਰੀ ਤੀਸਰੀ ਦੇ ਵਿੱਚ ਵਿਚਾਲੇ ਚਲਿਆ ਜਾਊਗਾ, ਮਤਲਬ ਕੰਪਲੀਟਲੀ ਟਰਾਂਸਫਰ ਹੋ ਜਾਊਗਾ ਆਪਣੀ ਪੋਜੀਸ਼ਨ ਤੋਂ। ਜਿਹੜਾ ਇੰਡਕਟਿਵ ਇਫੈਕਟ ਆ ਉਹਦੇ ਵਿੱਚ ट्रांसफर नहीं होंगे, सिर्फ स्लाइटली डिसप्लेस होंगे आ। दो एटम्स ने, दोनों एटमां चों दोनों एटम्स के विचों एक एटम वली हो जाएंगे, दूसरे एटम वालों थोड़ा जिहा डिस्टेंस कर लैणगे। ठीक है, ट्रांसफर नहीं होंगे, डिसप्लेस होंगे ने। शब्दों का ध्यान रखियो, बस शब्दों का हेर फेर है, होर कुछ नहीं है ये। उस तो बाद डिवेलपमेंट ऑफ फुल पॉजिटिव एंड नैगेटिव चार्ज रेजोनेंस दे विच होंदी है, क्योंकि इलैक्ट्रॉन ट्रांसफर हो जाते तो पॉजिटिव तो नैगेटिव चार्ज फुली बन जाते हैं। उहदे विच पार्शियल पॉजिटिव तो पार्शियल नैगेटिव चार्ज बनते हैं, जिन्हों आपां क्योंकि रेजोनेंस जो तुसीं पढ़ते हो ना उत्थे तुसीं की देखते हो, या तुसीं नैगेटिव पाउने हो या तुसीं पॉजिटिव पाउने हो। इहदे विच जो तुसीं देखते हो तो पार्शियल पॉजिटिव पाउने हो या फिर पार्शियल नैगेटिव पाउने हो। ठीक है, उस तो बाद डीलोकलाइजेशन ऑफ इलैक्ट्रॉन्स होंदी है, मतलब इलैक्ट्रॉन्स ने जिहड़े दो तो वध एटम्स के उपर वो घूम फिर सकते हैं। ये डीलोकलाइजेशन इंडक्टिव इफैक्ट दे विच नहीं होंदी। उस तो बाद रेजोनेंस इफैक्ट है जिहड़ा जिन्ने ज़्यादा डबल बॉन्ड कंजुगेशन दे विच होणगे, जे मान लो 5 डबल बॉन्ड कंजुगेशन दे विच ने तो वो 10 एटम्स के उपर इलैक्ट्रॉन्स चले जाएंगे तो रेजोनेंस इफैक्ट 10वीं कार्बन के उपर भी फील किया जाऊगा। ठीक है, पर इंडक्टिव इफैक्ट आपां पढ़िया सीगा भी 2 या 3 कार्बन एटम्स तक ही रहिंदा, उस तो बाद जाके उसकी वैल्यू है जिहड़ी वो घट जाती है। ठीक है, पर पढ़िया सी ना 0.1 0.01 0.001 0.0001। ठीक है, तो चौथी कार्बन के उपर जाके वो तीसरी या चौथी कार्बन के उपर बिल्कुल ही खत्म हो जाता हो। ठीक है, तो यह शॉर्ट रेंज हाँ जी, तो जोड़ा मतलब रेजोनेंस इफैक्ट है वो लार्ज डिस्टेंस ओवर ट्रांसमिटेड होंदा तो जोड़ा इंडक्टिव इफैक्ट है वो शॉर्ट डिस्टेंसिस से ऑपरेट करता। नैक्सट है अपने को इलैक्ट्रोमैरिक तो इंडक्टिव इफैक्ट, ये भी सेम ही चीज़ आ जाती है ऑलमोस्ट। इंडक्टिव इफैक्ट उही रहनियां चीज़ां दियां, परमानेंट होंदा। ठीक है, स्लाइट डिसप्लेसमेंट होंदी है इलैक्ट्रॉन्स, इलैक्ट्रोमैरिक है जिहड़ा वो टैंपरेरी होंदा ते मल्टीपल बॉन्ड क्लीवेज हो जाती है, तां करके वो कंप्लीट ट्रांसफर होंदी है इलैक्ट्रॉन्स की। उस तो बाद इंडक्टिव इफैक्ट दे विच की हुंदा गा, मॉलिक्यूलर ऑर्बिटल ने जिहड़े इन्हां नूं मैं शॉर्ट दे विच लिखिया MO। मॉलिक्यूलर ऑर्बिटल ने जिहड़े वो सिर्फ डिस्टॉर्ट होंदा ते इलैक्ट्रॉन्स ने जिहड़े वो मॉलिक्यूलर ऑर्बिटल नूं लीव नहीं करते, सिर्फ स्लाइटली डिसप्लेस होंदे ने। उहदे विच इलैक्ट्रॉन्स ने जिहड़े एक मॉलिक्यूलर ऑर्बिटल तो दूसरे मॉलिक्यूलर ऑर्बिटल दे विच ट्रांसफर कर दिते जांदे आ। उस तो बाद है वन रिक्वायरमेंट इज द ओनली रिक्वायरमेंट इज द प्रेजेंस ऑफ पोलर कोवैलेंट बॉन्ड। इंडक्टिव इफैक्ट दे विच सिर्फ पोलर कोवैलेंट बॉन्ड ही चाहिए हुंदा। इलैक्ट्रोमैरिक दे विच की चाहिए हुंदा, सिग्मा बॉन्ड ते पाई बॉन्ड प्रेजेंट होने चाहिए। ठीक है, तो ये अटैकिंग रिएजेंट नहीं चाहिए। इलैक्ट्रोमैरिक च अटैकिंग रिएजेंट की लोड़ होंदी है। ये पार्शियल सैपरेशन होंदा चार्जिस का, इलैक्ट्रोमैरिक च कंप्लीट सैपरेशन होंदा। ठीक है, उस तो बाद सेम रेजोनेंस वाली चीज़ भी जे ई ते आई इफैक्ट दोनों इकट्ठे लगणगे। ठीक है, तो आई इफैक्ट है जिहड़ा जो ऑपोजिट डायरैक्शन दे विच लगणगे तो आई इफैक्ट घट होऊगा तो ई इफैक्ट है जिहड़ा वो ऑलवेज डोमीनेट करूगा तो उसकी वैल्यू वध इफैक्ट करूगी उस चीज़ नूं। ठीक है, बस इन्ना क सीगा जिहड़ा तुहाडा अज दी वीडियो दे विच है। उस तो बाद एक वीडियो होर बनूगी इफैक्ट्स की। ठीक है, लास्ट